ਚੌਪਈ। ਸ਼੍ਰੋਤਰੀ ਬ੍ਰਹਮ ਨਿਸ਼ਟੀ ਤੇ ਗਿਆਨ, ਪਾਏ ਮੁਮੁਖੁ ਬੰਧਨ ਹਾਨ। ਜੋ ਕਾਚੇ ਗੁਰ ਤੇ ਲੈ ਕੋਏ, ਕਿਦੋਂ ਗ੍ਰੰਥ ਪਟ ਆਪੇ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ। ਵਡਭਾਗੀ ਹੋ ਕੇ ਨਿਤਾ ਪ੍ਰਤੀ ਦੇਨ ਤੇ ਦੁਨੀਆਂ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਤਿਲਕ ਤੇ ਜੰਜੂ ਦੇ ਰਾਖੇ ਸਤਿਗੁਰੂ ਵੈਰਾਗ ਔਰ ਤਿਆਗ ਦੀ ਮਹਾਨ ਮੂਰਤ ਤੇਗ ਬਹਾਦਰ ਸਿਮਰਿਆ, ਘਰ ਨੋ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਰਮ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਨਿਤਾ ਪ੍ਰਤੀ ਜੁੜ ਕੇ ਹਾਜ਼ਰੀਆਂ ਭਰ ਕੇ ਕਲਗੀਧਰ ਸੁਆਮੀ ਸਾਹਿਬੇ ਕਮਾਲ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਇਤਿਹਾਸ ਦੀ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ। ਕਲਗੀਧਰ ਪਾਤਸ਼ਾਹ ਜੀ ਦੇ 5 ਪਿਆਰਿਆਂ ਵਿੱਚੋਂ ਸ਼੍ਰੋਮਣੀ ਪਿਆਰੇ ਭਾਈ ਦਇਆ ਸਿੰਘ ਜੀ ਗੁਰੂ ਖਾਲਸੇ ਪੰਥ ਨੂੰ ਆਤਮ ਗਿਆਨ ਦੀ ਦਾਤ ਬਖਸ਼ਿਸ਼ ਕਰ ਰਹੇ ਨੇ, ਕਿਉਂਕਿ ਖਾਲਸੇ ਦੀ ਪਰਿਭਾਸ਼ਾ ਇਹ ਹੈ ਕਿ ਆਤਮ ਰਸ ਜੋ ਜਾਣਹੀ ਸੋ ਹੈ ਖਾਲਸ ਦੇਵ। ਜਿਹੜਾ ਆਤਮਾ ਦੇ ਰਸ ਨੂੰ ਜਾਣ ਲਵੇ ਉਹ ਖਾਲਸਾ ਹੈ। ਆਤਮ ਨਿਰਣੈ ਭਾਈ ਦਇਆ ਸਿੰਘ ਜੀ ਕਰ ਰਹੇ ਨੇ, ਨਾਲ ਨਾਲ ਗੁਰਮਤਿ ਨਿਰਣੈ ਕਰ ਰਹੇ ਨੇ। ਕੱਲ ਦੀ ਕਥਾ ਵਿੱਚ ਆਪਾਂ 6 ਪ੍ਰਮਾਣ ਕਿਵੇਂ ਉਸ ਬ੍ਰਹਮ ਤੇ ਲਾਗੂ ਨਹੀਂ ਹੁੰਦੇ ਉਹ ਵਿਚਾਰਿਆ। 3 ਪ੍ਰਕਾਰ ਦੀ ਬਿਰਤੀ, ਜਹਤੀ, ਅਜਹਤੀ ਔਰ ਭਾਗ ਤਿਆਗ ਲਕਸ਼ਣਾ, ਉਹਦੇ ਬਾਰੇ ਵੀ ਕੱਲ ਦੀ ਕਥਾ ਵਿੱਚ ਆਪਾਂ ਵਿਚਾਰ ਕੀਤੀ ਹੈ ਕਿ ਜਹਤੀ ਲਕਸ਼ਣਾ ਕਿਵੇਂ ਨਹੀਂ ਲੱਗਦੀ, ਅਜਹਤੀ ਲਕਸ਼ਣਾ ਕਿਵੇਂ ਨਹੀਂ ਲੱਗਦੀ ਔਰ ਭਾਗ ਤਿਆਗ ਲਕਸ਼ਣਾ ਜਿਹੜੀ ਆ ਉਹ ਕਿਵੇਂ ਲਾਗੂ ਹੁੰਦੀ ਹੈ। ਇਹ ਵਿਚਾਰਾਂ ਕੱਲ ਆਪਾਂ ਵਿਸਥਾਰ ਸਹਿਤ ਵਿਚਾਰੀਆਂ ਨੇ। ਭਾਈ ਸਾਹਿਬ ਕਹਿੰਦੇ ਖਾਲਸਾ ਜੀ ਜਿਹੜਾ ਇਹ ਗਿਆਨ ਹੈ ਇਹ ਗੁਰੂ ਬਿਨਾਂ ਨਹੀਂ ਹੋ ਸਕਦਾ। ਇਹ ਫੈਸਲਾ ਹੈ ਸਤਿਗੁਰਾਂ ਦੀ ਗੁਰਬਾਣੀ ਦਾ, ਕੁੰਭੇ ਬੱਧਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤੇ ਜਿਹੜੇ ਨਗੁਰੇ ਨੇ ਉਹਨਾਂ ਦੀ ਕੀ ਦਸ਼ਾ ਹੈ ਉਹ ਵੀ ਦੱਸ ਰਹੇ ਨੇ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ। ਜਗਤ ਗੁਰੂ ਗਰੀਬ ਨਵਾਜ ਪੰਥ ਦੇ ਵਾਲੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ।
ਸ਼੍ਰੋਤਰੀ ਬ੍ਰਹਮ ਨਿਸ਼ਟੀ ਤੇ ਗਿਆਨ। ਬ੍ਰਹਮ ਨੇਸ਼ਟੀ ਔਰ ਬ੍ਰਹਮ ਸ਼੍ਰੋਤਰੀ ਗੁਰੂ, ਪਿੱਛੇ ਦੇ ਬਾਰੇ ਆਪ ਜੀ ਸਰਵਣ ਕਰ ਆਏ ਹੋ ਕਿ ਬ੍ਰਹਮ ਨੇਸ਼ਟੀ ਬ੍ਰਹਮ ਸ਼੍ਰੋਤਰੀ ਗੁਰੂ ਕੌਣ ਹੈ। ਜਿਹੜਾ ਬ੍ਰਹਮ ਨੇਸ਼ਟੀ ਬ੍ਰਹਮ ਸ਼੍ਰੋਤਰੀ ਦੋਵੇਂ ਹੋਵੇ ਉਹ ਪੂਰਾ ਗੁਰੂ ਹੁੰਦਾ ਹੈ। ਤੇ ਪੂਰੇ ਗੁਰੂ ਦੇ ਪਾਸੋਂ ਸੇਵਕ ਨੂੰ, ਸਿੱਖ ਨੂੰ ਆਪਣੇ ਨਿਜ ਸਰੂਪ ਦਾ ਗਿਆਨ ਪ੍ਰਾਪਤ ਹੁੰਦਾ ਹੈ। ਪਾਏ ਮਮੋਖੂ ਬੰਧਨਹਾਨ। ਔਰ ਜਿਹੜਾ ਮਮੋਕਸ਼ੂ ਹੈ ਗੁਰੂ ਕੋਲੋਂ ਗਿਆਨ ਪ੍ਰਾਪਤ ਕਰਕੇ ਆਪਣੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਉਸ ਦੇ ਸਾਰੇ ਬੰਧਨ ਨਿਰਵਿਰਤ ਹੋ ਜਾਂਦੇ ਹਨ। ਜੋ ਕਾਚੇ ਗੁਰ ਤੇ ਲੈ ਕੋਏ। ਪਰ ਜੇ ਕਿਸੇ ਕੱਚੇ ਪਿੱਲੇ ਗੁਰੂ ਦੇ ਕੋਲ ਚਲਾ ਜਾਏ ਔਰ ਉਸ ਕੱਚੇ ਗੁਰੂ ਦੇ ਕੋਲ ਜਾ ਕੇ ਗਿਆਨ ਪ੍ਰਾਪਤ ਕਰੇ, ਕਿਦੋਂ ਗ੍ਰੰਥ ਪਠ ਆਪੇ ਹੋਏ। ਤਾਂ ਵੀ ਗਿਆਨ ਨਹੀਂ ਹੋ ਸਕਦਾ, ਕਿਉਂਕਿ ਕੱਚੇ ਗੁਰੂ ਦਾ ਅਨੁਭਵ ਨਹੀਂ ਹੈ। ਜਾਂ ਫਿਰ ਕੋਈ ਆਖੇ ਜੀ ਮੈਂ ਧਰਮ ਗ੍ਰੰਥ ਪੜ੍ਹ ਕੇ ਗਿਆਨ ਪ੍ਰਾਪਤ ਕਰ ਲਵਾਂ, ਮੈਨੂੰ ਗੁਰੂ ਦੀ ਲੋੜ ਹੀ ਨਹੀਂ ਹੈ। ਪੁਸਤਕਾਂ ਪੜ੍ਹ ਕੇ ਜਾਂ ਹੋਰ ਕਿਤਾਬਾਂ ਗ੍ਰੰਥ ਜਿਹੜੇ ਨੇ ਧਰਮ ਦੇ ਸੰਬੰਧ 'ਚ ਲਿਖੇ ਹੋਏ ਉਹ ਪੜ੍ਹ ਕੇ ਜੇ ਕੋਈ ਆਖੇ ਜੀ ਮੈਂ ਆਪ ਹੀ ਗਿਆਨੀ ਹੋ ਜਾਵਾਂ, ਮੈਨੂੰ ਆਪ ਹੀ ਗਿਆਨ ਹੋ ਜਾਵੇ, ਏਦਾਂ ਵੀ ਨਹੀਂ ਹੋ ਸਕਦਾ। ਤਿਨ ਕੀ ਗਤ ਸ਼੍ਰੀ ਨਾਨਕ ਕਹੀ। ਜਿਹੜੇ ਏਦਾਂ ਦੇ ਲੋਕ ਨੇ ਜਿਹੜੇ ਆਪੋ ਆਪ ਗਿਆਨੀ ਬਣਨ ਨੂੰ ਚਾਹਵਾਨ ਹੁੰਦੇ ਵੀ ਮੈਂ ਆਪ ਹੀ ਗਿਆਨੀ ਹੋ ਜਾਵਾਂ, ਮੈਨੂੰ ਗੁਰੂ ਦੀ ਲੋੜ ਨਹੀਂ ਹੈ, ਜਿਹੜੇ ਏਦਾਂ ਦੇ ਲੋਕ ਨੇ ਉਹਨਾਂ ਬਾਰੇ ਗੁਰੂ ਨਾਨਕ ਸਾਹਿਬ ਜੀ ਨੇ ਸ੍ਰੀ ਆਸਾ ਜੀ ਦੀ ਵਾਰ ਵਿੱਚ ਬਚਨ ਕਹੇ ਹਨ। ਅਹੰ ਬ੍ਰਹਮ ਅਸਮੀ ਬੋਲੇ ਸਹੀ। ਹੁਣ ਆਪਣੇ ਮੂੰਹ ਤੋਂ ਕੋਈ ਇਹ ਕਹੇ ਵੀ ਅਹੰ ਬ੍ਰਹਮ ਅਸਮੀ, ਮੈਂ ਬ੍ਰਹਮ ਹਾਂ, ਗੁਰੂ ਕੋਲ ਜਾਵੇ ਨਾ ਤੇ ਗੁਰੂ ਤੋਂ ਬਿਨਾਂ ਆਪ ਹੀ ਬ੍ਰਹਮ ਬਣਿਆ ਫਿਰੇ ਵੀ ਮੈਂ ਰੱਬ ਹਾਂ, ਮੈਂ ਬ੍ਰਹਮ ਹਾਂ, ਤੇ ਇਹ ਗਿਆਨ ਤਾਂ ਗੁਰੂ ਨੇ ਦੇਣਾ ਨਾ। ਹੁਣ ਗੁਰੂ ਦੀ ਸ਼ਰਨ ਵਿੱਚ ਨਹੀਂ ਗਿਆ, ਆਪੋ ਆਪ ਹੀ ਕੋਈ ਕਹੀ ਜਾਵੇ ਅਹੰ ਬ੍ਰਹਮ ਅਸਮੀ, ਮੈਂ ਬ੍ਰਹਮ ਹਾਂ। ਗਿਆਨਵਾਨ ਕੀ ਬਨੇ ਨਾਰੀਸ। ਤੇ ਇਹ ਤਾਂ ਹੋ ਗਈ ਰੀਸ ਕਰਨੀ। ਗਿਆਨਵਾਨ ਦੀ ਰੀਸ ਨਹੀਂ ਕੀਤੀ ਜਾ ਸਕਦੀ, ਉਹਨਾਂ ਦੀ ਰੀਸ ਨਹੀਂ ਕੀਤੀ ਜਾ ਸਕਦੀ। ਉਹਨਾਂ ਦੀ ਰੀਸ ਕਰਨ ਦਾ ਮਤਲਬ ਹੈ ਵੀ ਬਗਲਾ ਹੰਸ ਦੀ ਰੀਸ ਕਰਨ ਲੱਗਾ ਹੈ ਕਿ ਮੈਂ ਤਰਦਾ ਹਾਂ। ਹੁਣ ਹੰਸ ਤਰ ਸਕਦਾ ਹੈ, ਬਗਲਾ ਤਰਨ ਲੱਗਦਾ, ਵੇਖ ਕੇ ਤਾਂ ਡੁੱਬ ਜਾਂਦਾ ਹੈ। ਇਸੇ ਤਰ੍ਹਾਂ ਕੋਈ ਗੁਰੂ ਦੀ ਧਾਰਨਾ ਨਾ ਕਰੇ, ਗੁਰੂ ਵਾਲਾ ਨਾ ਹੋਵੇ, ਗੁਰੂ ਦੀ ਸ਼ਰਨ ਵਿੱਚ ਨਾ ਆਵੇ ਔਰ ਬ੍ਰਹਮ ਗਿਆਨੀਆਂ ਨੂੰ ਵੇਖ ਕੇ ਉਹਨਾਂ ਦੀ ਰੀਸ ਕਰ ਲਵੇ ਵੀ ਮੈਂ ਵੀ ਬ੍ਰਹਮੀ ਹਾਂ ਜੀ, ਜੇ ਇਹ ਬ੍ਰਹਮ ਹੈ ਤੇ ਮੈਂ ਵੀ ਬ੍ਰਹਮ ਹਾਂ, ਤਾਂ ਕਹਿੰਦੇ ਭਾਈ ਫਿਰ ਏਦਾਂ ਦੇ ਜਿਹੜੇ ਲੋਕ ਨੇ ਉਹ ਡੁੱਬ ਜਾਂਦੇ ਹਨ। ਹੋਏ ਕੂੜਨ ਕੀ ਕੂਰੀ ਠੀਸ। ਉਹਨਾਂ ਝੂਠਿਆਂ ਦੀ ਜਿਹੜੀ ਠੀਸ ਹੈ ਉਹ ਵੀ ਝੂਠੀ ਹੁੰਦੀ ਹੈ। ਝੂਠਿਆਂ ਦੀ ਠੀਸ, ਉਹਨਾਂ ਦਾ ਜਿਹੜਾ ਆਸਰਾ ਹੈ ਉਹ ਵੀ ਝੂਠਾ ਹੀ ਹੁੰਦਾ ਹੈ। ਸ਼੍ਰੀ ਮੁਖਵਾ। ਹੁਣ ਇਹਦੇ ਪ੍ਰਥਾਏ ਜੋ ਗੁਰਬਾਣੀ 'ਚ ਫਰਮਾਨ ਹੈ ਕਿ ਜਿਹੜੇ ਗੁਰੂ ਵਿਹੂਣੇ ਲੋਕ ਨੇ ਉਹਨਾਂ ਦੀ ਕੀ ਦਸ਼ਾ ਹੈ। ਜਿਹੜੇ ਆਪਣੇ ਆਪ 'ਚ ਆਪਣੇ ਆਪ ਨੂੰ ਗਿਆਨੀ ਬਣਨ, ਕਹਿਣ ਜੀ ਸਾਨੂੰ ਕੀ ਗੁਰੂ ਦੀ ਲੋੜ ਹੈ, ਸਾਨੂੰ ਤਾਂ ਪਹਿਲਾਂ ਹੀ ਗਿਆਨ ਹੈ। ਕਈ ਹੁੰਦੇ ਨੇ ਐਸੇ, ਕਹਿੰਦੇ ਗੁਰੂ ਤਾਂ ਧਾਰਨ ਕਰੀਏ ਜੇ ਸਾਨੂੰ ਗਿਆਨ ਦੀ ਲੋੜ ਹੋਵੇ, ਸਾਨੂੰ ਤਾਂ ਪਹਿਲਾਂ ਹੀ ਗਿਆਨ ਹੈ ਵੀ ਮੈਂ ਬ੍ਰਹਮ ਹਾਂ, ਅਸੀਂ ਕਾਹਨੂੰ ਜਾਣਾ ਗੁਰੂ ਦੀ ਸ਼ਰਨ 'ਚ। ਉਹਨਾਂ ਦੀ ਕੀ ਦਸ਼ਾ ਹੁੰਦੀ ਹੈ, ਕੀ ਹਾਲਤ ਹੁੰਦੀ ਹੈ, ਉਹਦੇ ਪ੍ਰਥਾਏ ਗੁਰਬਾਣੀ ਦਾ ਮਹਾਵਾਕ ਹੈ, ਸੁਣੋ। ਨਾਨਕ ਗੁਰੂ ਨ ਚੇਤਨੀ, ਮਨ ਆਪਣੇ ਸੁਚੇਤ। ਸ੍ਰੀ ਆਸਾ ਜੀ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ। ਮਹਾਰਾਜ ਜੀ ਫਰਮਾਉਂਦੇ ਨੇ ਨਾਨਕ ਗੁਰੂ ਨਾ ਚੇਤਨੀ। ਨਾਨਕ ਜੀ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਕਿ ਜਿਹੜੇ ਗੁਰੂ ਨੂੰ ਨਹੀਂ ਚੇਤਦੇ, ਯਾਨੀ ਕਿ ਗੁਰੂ ਦੀ ਸ਼ਰਨ 'ਚ ਨਹੀਂ ਆਉਂਦੇ, ਗੁਰੂ ਦੀ ਪਨਾਹ ਵਿੱਚ ਨਹੀਂ ਆਉਂਦੇ, ਮਨ ਆਪਣਾ ਸੁਚੇਤ, ਆਪਣੇ ਮਨ ਵਿੱਚ ਆਪ ਹੀ ਸੁਚੇਤ ਬਣੇ ਬੈਠਣ ਜੀ ਸਾਨੂੰ ਕੀ ਲੋੜ ਹੈ ਗੁਰੂ ਕੋਲ ਜਾਣ ਦੀ, ਅਸੀਂ ਤਾਂ ਆਪ ਹੀ ਰੱਬ ਹਾਂ, ਅਹੰ ਬ੍ਰਹਮ ਹਾਂ, ਸਾਨੂੰ ਤਾਂ ਗੁਰੂ ਦੀ ਜ਼ਰੂਰਤ ਹੀ ਨਹੀਂ ਹੈ। ਏਦਾਂ ਜਿਹੜੇ ਖੁਸ਼ਕ ਜਿਹਾ ਗਿਆਨ ਰੱਖੀ ਬੈਠੇ ਨੇ, ਕਿਸੇ ਕਿਤਾਬ ਪੁਸਤਕ 'ਚੋਂ ਪੜ੍ਹ ਕੇ ਗੁਰੂ ਦੀ ਸ਼ਰਨ ਵਿੱਚ ਨਹੀਂ ਜਾਂਦੇ ਔਰ ਆਪ ਹੀ ਆਪਣੇ ਆਪ ਨੂੰ ਸੁਚੇਤ
ਬਣੀ ਬੈਠੇ ਨੇ, ਗਿਆਨੀ ਬਣੀ ਬੈਠੇ ਹਨ। ਛੋਟੇ ਤਿਲ ਬੁਆੜ ਜਿਉ ਸੁੰਝੈ ਅੰਦਰ ਖੇਤ। ਉਹਨਾਂ ਦੀ ਹਾਲਤ ਉਹਨਾਂ ਛੁੱਟੇ ਹੋਏ ਤਿਲਾਂ ਦੇ ਸਮਾਨ ਹੈ, ਜਿਹੜੇ ਬੁਆੜ ਦੇ ਤਿਲ ਹੁੰਦੇ ਆ। ਜਦੋਂ ਜ਼ਿਮੀਂਦਾਰ ਤਿਲ ਵੱਢਦਾ ਨਾ, ਤੇ ਜਿਨ੍ਹਾਂ ਬੂਟਿਆਂ ਦੇ ਵਿੱਚ ਤਿਲ ਨਹੀਂ ਹੁੰਦਾ, ਦਾਣਾ ਨਹੀਂ ਹੁੰਦਾ, ਉਹਨਾਂ ਨੂੰ ਵਿੱਚ ਹੀ ਛੱਡ ਦਿੰਦਾ ਹੈ, ਕਿਉਂਕਿ ਉਹਦੇ ਤਿਲ ਜਿਹੜੇ ਹੁੰਦੇ ਆ ਉਹ ਸਵਾਹ ਹੋ ਜਾਂਦੇ ਨੇ। ਜਦੋਂ ਉਹਨਾਂ ਨੂੰ ਮਸਲੀ ਦਾ ਤੇ ਵਿੱਚੋਂ ਸਵਾਹ ਨਿਕਲਦੀ ਆ, ਤਿਲ ਨਹੀਂ ਨਿਕਲਦੇ। ਕਹਿੰਦੇ ਉਹ ਜਿਹੜੇ ਛੱਡ ਦਿੰਦਾ ਵਿੱਚ, ਜਿਹੜੇ ਤਿਲ ਜਿਨ੍ਹਾਂ ਵਿੱਚ ਦਾਣਾ ਨਹੀਂ ਹੁੰਦਾ, ਉਹ ਜਦੋਂ ਸੁੰਝੇ ਅੰਦਰ ਖੇਤ, ਉਹ ਸੁੱਕੇ ਸੁੰਝੇ ਖਾਲੀ ਛੱਡ ਦਿੰਦਾ ਖੇਤ ਵਿੱਚ ਜ਼ਿਮੀਂਦਾਰ। ਖੇਤੈ ਅੰਦਰ ਛੁੱਟਿਆ ਕਉ ਨਾਨਕ ਸੋਨਾ। ਜਿਹੜੇ ਉਹ ਖੇਤ ਵਿੱਚ ਰਹਿ ਜਾਂਦੇ ਆ ਤਿਲ, ਜਿਨ੍ਹਾਂ 'ਚ ਦਾਣਾ ਨਹੀਂ ਹੁੰਦਾ, ਬੂਟੇ ਹੁੰਦੇ ਨੇ, ਡੋਡੀਆਂ ਵੀ ਲੱਗੀਆਂ ਹੁੰਦੀਆਂ ਪਰ ਵਿੱਚ ਦਾਣਾ ਨਹੀਂ ਹੁੰਦਾ। ਉਹ ਬੂਟੇ ਜਿਹੜੇ ਖੇਤ ਵਿੱਚ ਰਹਿ ਜਾਂਦੇ ਨੇ, ਉਹਨਾਂ ਦੇ ਫਿਰ 100 ਨਾਹਾਂ। ਉਹਨਾਂ ਦਾ ਕੋਈ ਨਾਂ ਦਾ ਮਤਲਬ ਹੁੰਦਾ ਪਤੀ, 100 ਦਾ ਮਤਲਬ ਹੁੰਦਾ 100 ਦਾ ਮਤਲਬ ਹੁੰਦਾ ਪਤੀ, ਨਾਂ ਦਾ ਮਤਲਬ ਹੁੰਦਾ ਨਹੀਂ। ਉਹਨਾਂ ਦਾ ਫਿਰ ਕੋਈ ਪਤੀ ਨਹੀਂ ਹੁੰਦਾ, ਯਾਨੀ ਕਿ ਉਹਨਾਂ ਦਾ ਕੋਈ ਮਾਲਕ ਨਹੀਂ ਹੁੰਦਾ। ਕਈ ਮਹਾਂਪੁਰਸ਼ਾਂ ਨੇ 100 ਨਾਂ ਦਾ ਅਰਥ ਸੈਂਕੜੇ ਨਾਂ ਵੀ ਕੀਤਾ ਹੈ, ਕਿ ਉਹਨਾਂ ਦੇ ਸੈਂਕੜੇ ਹੀ ਖਸਮ ਨੇ, ਜਿਹੜੇ ਕੰਮੀ ਕਮੀਨ ਲੋਕ ਹੁੰਦੇ, ਖੇਤਾਂ ਵਿੱਚ ਜਾਂਦੇ ਆ, ਕੋਈ ਉਹ ਵੱਢ ਕੇ ਲੈ ਆਉਂਦਾ ਹੈ, ਉਹਨੂੰ ਬਾਲਣ ਦੀ ਥਾਂ ਤੇ ਬਾਲਣ ਲੱਗ ਪੈਂਦਾ। ਫਿਰ ਉਹਦਾ ਇੱਕ ਜ਼ਿਮੀਂਦਾਰ ਦੇ ਮਾਲਕ ਤੋਂ ਬਿਨਾਂ ਫਿਰ ਉਹਦੇ ਕਈ ਨਾਂ ਬਣ ਜਾਂਦੇ ਹਨ, ਸੁਆਮੀ ਬਣ ਜਾਂਦੇ ਹਨ। ਫਲੀਏ ਫੁੱਲੀਏ ਬੱਪੜੇ ਪੀਤਨ ਵਿੱਚ ਸੁਆਹ। ਉਹ ਜਿਹੜਾ ਤਿਲ ਦਾ ਬੂਟਾ ਜਿਹਦੇ ਅੰਦਰ ਦਾਣਾ ਨਹੀਂ ਹੁੰਦਾ, ਉਹ ਬਾਕੀ ਦੇ ਤਿਲਾਂ ਦੇ ਬੂਟਿਆਂ ਵਾਂਗੂ ਹੀ ਫਲਦਾ ਫੁੱਲਦਾ ਹੈ, ਪਰ ਜਦੋਂ ਉਹਨੂੰ ਮਸਲੀਏ ਤੇ ਉਹਦੇ ਚੋਂ ਦਾਣਾ ਨਹੀਂ ਨਿਕਲਦਾ, ਸੁਆਹ ਨਿਕਲਦੀ ਹੈ। ਇਸੇ ਤਰ੍ਹਾਂ ਜਿਹੜੇ ਗੁਰੂ ਵਾਲੇ ਨਹੀਂ ਹਨ, ਵੇਖਣ ਨੂੰ ਤਾਂ ਉਹ ਵੀ ਬੰਦਿਆਂ ਵਰਗੇ ਹੀ ਲੱਗਦੇ ਐ, ਇਨਸਾਨਾਂ ਵਰਗੇ ਹੀ ਐ, ਗੁਰੂ ਵਾਲੇ ਨਹੀਂ, ਪਰ ਆਪਣੇ ਆਪ 'ਚ ਗਿਆਨੀ ਬਣ ਕੇ ਰਹਿਣ ਵੀ ਮੈਂ ਗਿਆਨੀ ਹਾਂ, ਮੈਨੂੰ ਤਾਂ ਗਿਆਨ ਹੈ, ਮੈਨੂੰ ਕੀ ਲੋੜ ਹੈ ਗੁਰੂ ਦੀ। ਅਹੰ ਬ੍ਰਹਮਸਮੀ, ਮੈਂ ਹੀ ਬ੍ਰਹਮ ਹਾਂ, ਮੈਨੂੰ ਹੋਰ ਕਿਹੜੇ ਗੁਰੂ ਦੀ ਜ਼ਰੂਰਤ ਹੈ। ਕਹਿੰਦੇ ਉਹ ਵੀ ਉਸੇ ਤਿਲ ਦੇ ਬੂਟੇ ਦੇ ਸਮਾਨ ਹਨ, ਜਿਹਦੀ ਇੱਥੇ ਪਰਿਭਾਸ਼ਾ ਦਿੱਤੀ, ਉਦਾਹਰਣ ਦਿੱਤੀ ਹੈ। ਜੋ ਪਈ ਪੜੇ ਗ੍ਰੰਥ ਬਨ ਬੈਠੇ ਗਿਆਨੀ। ਬਹੁਤ ਸਾਰੇ ਗ੍ਰੰਥ ਪੜ੍ਹ ਕੇ ਕੋਈ ਗਿਆਨੀ ਬਣ ਜਾਏ, ਬਹੁਤ ਸਾਰੇ ਧਰਮ ਗ੍ਰੰਥ, ਬਹੁਤ ਸਾਰੀਆਂ ਧਰਮ ਪੁਸਤਕਾਂ ਪੜ੍ਹ ਕੇ ਕੋਈ ਗਿਆਨੀ ਬਣ ਕੇ ਬੈਠ ਜਾਵੇ। ਨਾਨਾ ਜੁਗਤਨ ਕਰੇ ਬਖਾਨੀ। ਔਰ ਨਾਨਾ ਪ੍ਰਕਾਰ ਦੀਆਂ ਜੁਗਤੀਆਂ ਨਾਲ, ਕਈ ਪ੍ਰਕਾਰ ਦੀਆਂ ਜੁਗਤੀਆਂ ਨਾਲ ਉਸ ਬ੍ਰਹਮ ਨੂੰ ਵਿਖਿਆਨ ਕਰੇ। ਅਹੰ ਬ੍ਰਹਮ ਅਸਮੀ ਕਹੇ ਸੁਨਾਏ। ਔਰ ਲੋਕਾਂ ਨੂੰ ਸੁਣਾਵੇ ਕਈ ਤਰੀਕਿਆਂ ਨਾਲ, ਅਹੰ ਬ੍ਰਹਮ ਅਸਮੀ, ਮੈਂ ਬ੍ਰਹਮ ਹਾਂ, ਮੈਂ ਬ੍ਰਹਮ ਹਾਂ। ਏਦਾਂ ਬਹੁਤ ਸਾਰੇ ਲੋਕਾਂ ਨੂੰ ਸੁਣਾਈ ਜਾਵੇ। ਤਨ ਹੰਤਾ ਨੇ ਛੁੱਟੀ ਬਲਾਏ। ਪਰ ਸਰੀਰ ਦੀ ਹੰਗਤਾ ਜਿਹੜੀ ਬੁਰੀ ਬਲਾ ਹੈ, ਉਹ ਨਹੀਂ ਛੁੱਟੀ। ਉਦਾਂ ਕਹਿੰਦਾ ਅਹੰਗ ਬ੍ਰਹਮ, ਪਰ ਪੈਰ ਨੂੰ ਕੰਡਾ ਵੀ ਵੱਜੇ ਤੇ ਇੱਕਦਮ ਸੀ ਕਹਿੰਦਾ। ਤਨ ਦੀ ਹੰਗਤਾ ਜਿਹੜੀ ਬੜੀ ਬੁਰੀ ਬਲਾ ਹੈ, ਉਹ ਨਹੀਂ ਛੁੱਟੀ। ਉਦਾਂ ਕਹੀ ਜਾਂਦਾ ਲੋਕਾਂ ਨੂੰ ਵੀ ਮੈਂ ਬ੍ਰਹਮ ਹਾਂ, ਬ੍ਰਹਮ ਹਾਂ। ਤਿਨ ਮੈਂ ਸਾਰ ਨ ਪਈਤ ਕੈਸੇ। ਉਹਨਾਂ ਵਿੱਚ ਕਿਸੇ ਵੀ ਪ੍ਰਕਾਰ ਦਾ ਸਾਰ ਨਹੀਂ ਹੁੰਦਾ, ਉਹ ਝੂਠੇ ਨੇ, ਉਹਨਾਂ ਦੀਆਂ ਠੀਸਾਂ ਵੀ ਝੂਠੀਆਂ ਹਨ। ਭਸਮ ਬੁਆੜ ਤਿਲਨ ਮੈਂ ਜੈਸੇ। ਜਿਵੇਂ ਬੁਆੜ ਤਿਲ ਦੇ ਜਿਹੜੇ ਬੂਟੇ ਹੁੰਦੇ ਐ, ਉਹਨਾਂ ਦੇ ਵਿੱਚ ਜਿਵੇਂ ਸਵਾਹ ਹੁੰਦੀ ਆ, ਕੱਖ ਨਹੀਂ ਹੁੰਦਾ, ਦਾਣਾ ਸਾਰ ਨਹੀਂ ਹੁੰਦਾ ਤਿਲ ਦਾ। ਏਦਾਂ ਜਿਹੜੇ ਕੇਵਲ ਕਿਤਾਬੀ ਗਿਆਨੀ ਨੇ, ਧਰਮ ਗ੍ਰੰਥਾਂ ਦਾ ਅਧਿਐਨ ਕੀਤਾ ਹੋਇਆ, ਪਰ ਗੁਰੂ ਵਾਲੇ ਨਹੀਂ ਹਨ, ਕੇਵਲ ਜ਼ੁਬਾਨ ਤੋਂ ਹੀ ਕਹਿੰਦੇ ਅਹੰ ਬ੍ਰਹਮਸਮੀ, ਉਹ ਅੰਦਰੋਂ ਫੋਕੇ ਨੇ, ਅੰਦਰੋਂ ਖਾਲੀ ਨੇ। ਉਹਨਾਂ ਦੇ ਹਿਰਦੇ ਵਿੱਚੋਂ ਸਰੀਰ ਦਾ ਅਭਿਮਾਨ ਤੇ ਹੰਕਾਰ ਨਹੀਂ ਛੁੱਟਿਆ। ਕਿਦੋਂ ਗਿਆਨ ਬ੍ਰਿਤੀ ਕਾਚੀ ਰਹੀ। ਜਾਂ ਫਿਰ ਉਹਨਾਂ ਦੀ ਜਿਹੜੀ ਗਿਆਨ ਬਿਰਤੀ ਆ, ਉਹ ਕੱਚੀ ਰਹਿ ਗਈ। ਥਿਰਤਾ ਭਲੇ ਨਾ ਮਨ ਨੇ ਲਈ। ਔਰ ਉਹਨਾਂ ਦੇ ਮਨ ਨੇ ਟਿਕਾ ਨਹੀਂ ਪ੍ਰਾਪਤ ਕੀਤਾ, ਉਹਨਾਂ ਦਾ ਮਨ ਨਹੀਂ ਟਿਕਿਆ। ਕਰਮਨ ਮੈਂ ਨਿਸੰਗ ਹੋਏ ਵਰਤਾ। ਔਰ ਸੰਸਾਰ ਦੇ ਕਰਮਾਂ ਵਿੱਚ ਨਿਸੰਗ ਹੋ ਕੇ ਵਰਤਦਾ ਹੈ, ਵਹਿੰਦਾ ਹੈ। ਬਾਹੇ ਜੋ ਜਨਮ ਮਰਨ ਕੀ ਸਰਤਾ। ਔਰ ਫਿਰ ਜਨਮ ਮਰਨ ਦੀ ਨਹਿਰ ਦੇ ਵਿੱਚ, ਨਦੀ ਦੇ ਵਿੱਚ ਰੁੜਦਾ ਚਲਿਆ ਜਾਂਦਾ ਹੈ। ਸੁਨੋ ਖਾਲਸਾ
ਸਤਿਗੁਰ ਮਤ ਕੋ। ਖਾਲਸਾ ਜੀ ਇੱਥੇ ਤੱਕ ਤਾਂ ਦੱਸਿਆ ਪਿੱਛੇ ਸ਼ਾਸਤਰਾਂ ਦਾ ਗਿਆਨ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ। ਹੁਣ ਭਾਈ ਸਾਹਿਬ ਕਹਿੰਦੇ ਖਾਲਸਾ ਜੀ ਸਤਿਗੁਰਾਂ ਦਾ ਮਤ ਸੁਣੋ ਵੀ ਹੁਣ ਗੁਰੂ ਕਾ ਮਤ ਕੀ ਹੈ। ਉਹ ਤਾਂ ਸੀ ਵਿਦਾਂਤ ਦਾ ਮਤ ਜੋ ਪਿੱਛੇ ਹੋਇਆ, ਉਹਦੇ ਵਿੱਚ ਤਾਂ ਵਿਦਾਂਤ ਸ਼ਾਸਤਰ ਦੀ ਗੱਲ ਹੋਈ ਹੈ, ਉਹ ਗਿਆਨ ਦਿੱਤਾ। ਪਿਛਲੇ ਜਿੰਨੇ ਦਿਨਾਂ ਤੋਂ ਇਹ ਕਥਾ ਚੱਲ ਰਹੀ ਹੈ ਉਹ ਸ਼ਾਸਤਰ ਗਿਆਨ ਸੀ। ਹੁਣ ਗੁਰਮਤ ਦਾ ਗਿਆਨ ਦਿੰਦੇ ਹੈ ਭਾਈ ਸਾਹਿਬ ਭਾਈ ਦਇਆ ਸਿੰਘ ਜੀ। ਕਹਿੰਦੇ ਸੁਣੋ ਖਾਲਸਾ ਸਤਿਗੁਰ ਮਤ ਕੋ। ਖਾਲਸਾ ਜੀ ਹੁਣ ਤੁਸੀਂ ਸਤਿਗੁਰਾਂ ਦਾ ਮਤ ਸੁਣੋ। ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿਧਾਂਤ, ਗੁਰੂ ਨਾਨਕ ਸਾਹਿਬ ਦੇ ਘਰ ਦਾ ਜਿਹੜਾ ਮਤ ਹੈ ਉਹ ਹੁਣ ਆਪ ਜੀ ਸੁਣੋ। ਜਿਸ ਤੇ ਜੀਵ ਪਾਏ ਸਦਗਤ ਕੋ। ਜਿਸ ਮਤ ਨੂੰ ਧਾਰਨ ਕਰਕੇ ਜੀਵ ਨੂੰ ਸਦਗਤੀ ਪ੍ਰਾਪਤ ਹੁੰਦੀ ਹੈ। ਗੁਰੂ ਨਾਨਕ ਸਾਹਿਬ ਦਾ ਮਤ ਸੁਣੋ, ਜਿਸ ਨੂੰ ਧਾਰਨ ਕਰਕੇ ਹਿਰਦੇ ਵਿੱਚ ਜੀਵ ਨੂੰ ਸਦਗਤੀ ਪ੍ਰਾਪਤ ਹੁੰਦੀ ਹੈ। ਵੇਦ ਸ਼ਾਸਤਰ ਕੋ ਸਾਰ ਨਿਕਾਰਾ। ਦੁਨੀਆ ਦੇ ਜਿਤਨੇ ਧਰਮ ਗ੍ਰੰਥ ਵੇਦ ਸ਼ਾਸਤਰ ਹਨ, ਜਿਤਨਾ ਵੀ ਸੰਸਾਰ ਦਾ ਧਰਮ ਗ੍ਰੰਥਾਂ ਦਾ ਸਵਰੂਪ ਹੈ, ਹਿਤ ਸਿੱਖਨ ਸਤਿਗੁਰੂ ਉਚਾਰਾ। ਦੁਨੀਆ ਦੀਆਂ ਜਿਤਨੀਆਂ ਬਾਣੀਆਂ ਨੇ ਉਹਨਾਂ ਵਿੱਚੋਂ ਸਭ ਤੋਂ ਸ੍ਰੇਸ਼ਟ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਬਚਨ ਹੈ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਉਹ ਗਿਆਨ ਦਿੰਦੇ ਸੰਸਕ੍ਰਿਤ ਭਾਸ਼ਾ ਵਿੱਚ, ਜਿਹਨੂੰ ਸਿੱਖਣ ਲਈ ਪਹਿਲਾਂ ਲਘੂ ਪੜ੍ਹਨਾ ਪੈਂਦਾ ਹੈ, ਫਿਰ ਉਹਦਾ ਬੜਾ ਵਿਸਥਾਰ ਕਈ ਸੂਤਰ ਚੇਤੇ ਕਰਕੇ ਸਾਲਾਂ ਬੱਧੀ ਪੜ੍ਹਨ ਤੋਂ ਬਾਅਦ ਜਾ ਕੇ ਉਹ ਸਿਧਾਂਤ ਪ੍ਰਾਪਤ ਹੁੰਦਾ ਹੈ। ਪਰ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਗੁਰਬਾਣੀ 'ਚ ਗੁਰਦੇਵ ਨੇ ਪੂਰਨ ਬ੍ਰਹਮ ਗਿਆਨ ਕੇਵਲ ਸੌਖੇ ਤੇ ਸਰਲ ਸ਼ਬਦਾਂ ਦੇ ਵਿੱਚ ਸਿੱਖ ਨੂੰ ਬਖਸ਼ਿਸ਼ ਕੀਤਾ ਹੈ। ਇਸ ਕਰਕੇ ਸ੍ਰੇਸ਼ਟ ਹੈ। ਇਹਦੇ ਨਾਲ ਸਿੱਖਾਂ ਦਾ ਹਿੱਤ ਜਾਣਦਿਆਂ ਹੋਇਆਂ, ਭਲਾ ਜਾਣਦਿਆਂ ਹੋਇਆਂ ਮਹਾਰਾਜ ਜੀ ਨੇ ਗੁਰਬਾਣੀ ਉਚਾਰੀ ਹੈ। ਸਕਲ ਮਤਨ ਸੋ ਮਿਲਿਓ ਪਛਾਨੋ। ਗੁਰੂ ਸਾਹਿਬ ਜੀ ਦਾ ਜਿਹੜਾ ਮਤ ਹੈ ਇਹ ਸਾਰਿਆਂ ਤੋਂ ਸ੍ਰੇਸ਼ਟ ਹੈ। ਸੰਸਾਰ ਦੇ ਬਹੁਤ ਸਾਰੇ ਮਤਾਂ ਦੇ ਕੁਝ ਗੁਣ, ਕਿਉਂਕਿ ਸਤ ਸੰਤੋਖ ਦਇਆ ਖਿਮਾ ਆਦਿਕ ਜਿਹੜੇ ਗੁਣ ਨੇ ਤਾਂ ਸਾਰੇ ਧਰਮਾਂ ਵਿੱਚ ਇੱਕੋ ਜਿਹੇ ਹੀ ਨੇ ਨਾ। ਸਾਰੇ ਮਜ਼ਹਬਾਂ ਵਿੱਚ ਇਹਨਾਂ ਦਾ ਸਰੂਪ ਤਾਂ ਇੱਕੋ ਜਿਹਾ ਹੀ ਵਰਣਨ ਹੋਵੇਗਾ, ਉੱਥੇ ਕਿਤੇ ਮਿਲਤ ਹੈ। ਅਰ ਸਭ ਤੇ ਨਿਆਰੋ ਪਹਿਚਾਨੋ। ਪਰ ਗੁਰੂ ਸਾਹਿਬ ਜੀ ਦਾ ਮਤ ਸਾਰਿਆਂ ਤੋਂ ਨਿਰਾਲਾ ਹੈ, ਨਿਰਾਲਾ ਹੈ, ਵੱਖਰਾ ਹੈ। ਜਾਤ ਸ਼੍ਰਿੰਖਲਾ ਅਰ ਜਗ ਲਾਜਾ। ਸਾਰਿਆਂ ਵਿੱਚ ਮਿਲਿਆ ਹੋਇਆ ਵੀ ਹੈ, ਸਾਰਿਆਂ ਤੋਂ ਨਿਰਾਲਾ ਵੀ ਹੈ। ਮਿਲਿਆ ਹੋਇਆ ਕਿਵੇਂ ਹੈ? ਹਿੰਦੂ ਨੂੰ ਕਹਿੰਦੇ ਭਾਈ ਤੇਰੀਆਂ ਜਿਹੜੀਆਂ ਰੀਤੀਆਂ ਨੇ ਤੂੰ ਉਹਦੀ ਪਾਲਣਾ ਕਰ। ਮੁਸਲਮਾਨ ਨੂੰ ਕਹਿੰਦੇ ਆ ਭਾਈ ਤੂੰ ਆਪਣੀਆਂ ਜਿਹੜੀਆਂ ਨਮਾਜ਼ਾਂ ਪੜ੍ਹਨ ਦੀ ਮਰਿਆਦਾ ਉਹਦੇ ਵਿੱਚ ਪਰਪੱਕ ਹੋ। ਮੁਸਲਮਾਨ ਦਾ ਜਿਹੜਾ ਧਰਮ ਹੈ ਉਸ ਨੂੰ ਹਿਰਦੇ 'ਚ ਗ੍ਰਹਿਣ ਕਰ। ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੰਦੇ ਆ, ਪਰ ਫਿਰ ਸਾਰਿਆਂ ਤੋਂ ਨਿਰਾਲਾ ਵੀ ਹੈ। ਸਤਿਗੁਰਾਂ ਦਾ ਜਿਹੜਾ ਮਤ ਹੈ ਵੱਖਰਾ ਹੈ। ਇਨ ਤੇ ਦੁੱਖ ਕੈ ਦਾਰਿਦ ਸਾਜਾ। ਔਰ ਜਿਤਨੇ ਦੁੱਖ ਨੇ, ਜਿਤਨੇ ਦਲਿੱਦਰ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਤ ਦੁਆਰਾ ਉਹਨਾਂ ਸਾਰੇ ਦੁੱਖਾਂ ਦਲਿੱਦਰਾਂ ਦਾ ਨਿਵਾਰਨ ਹੁੰਦਾ ਹੈ। ਨਿਕਸਨ ਚਿਓ ਲੈਨ ਸੁਖ ਹੇਤ। ਕਹਿੰਦੇ ਸੁਖ ਲੈਣ ਵਾਸਤੇ ਬੰਦਾ ਨਿਕਲਿਆ। ਜੀਵ ਨੇ ਆਖਿਆ ਮੈਨੂੰ ਸੁਖ ਪ੍ਰਾਪਤ ਹੋਵੇ, ਸੁਖ ਲੈਣ ਵਾਸਤੇ ਨਿਕਲਿਆ। ਤਜ ਕੁਟੰਬ ਕੋ ਬਨਿਓ ਸੁਚੇਤ। ਕੁਟੰਬ ਛੱਡ ਕੇ, ਪਰਿਵਾਰ ਛੱਡ ਕੇ ਸੁਚੇਤ ਹੋ ਕੇ ਬਣ ਗਿਆ ਵੀ ਮੈਨੂੰ ਸੁਖ ਪ੍ਰਾਪਤ ਹੋਵੇ ਅੰਦਰ ਦਾ। ਕਬਿਤ ਸਦਨ ਕੀ ਕਾਰ ਹੋਤ ਅਨੇਕ ਪ੍ਰਕਾਰ ਬੋ। ਹਾਂਜੀ, ਕਹਿਣ ਲੱਗੇ ਘਰ ਦੇ ਜਿਹੜੇ ਕੰਮ ਨੇ ਉਹ ਅਨੇਕਾਂ ਪ੍ਰਕਾਰ ਦੇ ਹੁੰਦੇ ਐ। ਅਨੇਕ ਪ੍ਰਕਾਰ ਦੇ ਘਰ ਦੇ ਕਾਰਜ ਹੁੰਦੇ ਨੇ। ਕਰਤ ਕਰਤ ਹਾਰ ਜਾਤ ਦੁਖੀ ਮਨ ਮੈਂ। ਕਹਿੰਦੇ ਕਰਦਿਆਂ ਕਰਦਿਆਂ ਉਹਨਾਂ ਸਾਰੇ ਕਾਰਾਂ ਵਿਹਾਰਾਂ ਨੂੰ ਆਖਰਕਾਰ ਬੰਦਾ ਮਨ ਵਿੱਚ ਦੁਖੀ ਹੋ ਜਾਂਦਾ ਹੈ। ਸੁਨ ਕੈਸੋ ਪੰਥ ਕੀ ਵਡਾਈ ਆਇਓ ਖਾਲਸੇ ਮੈਂ। ਕਹਿੰਦੇ ਪਰ ਜਦੋਂ ਮੈਂ ਗੁਰੂ ਖਾਲਸੇ ਪੰਥ ਦੀ ਵਡਿਆਈ ਸੁਣੀ, ਪੰਥ ਦੀ ਸੋਭਾ ਸੁਣੀ ਕਿ ਇੱਥੇ ਤਾਂ ਗ੍ਰਸਥ ਵਿੱਚ ਰਹਿੰਦਿਆਂ ਹੀ ਮੋਕਸ਼ ਪ੍ਰਾਪਤ ਹੋ ਜਾਂਦੀ ਹੈ,
ਜਦੋਂ ਗੁਰੂ ਖਾਲਸੇ ਪੰਥ ਦੀ ਵਡਿਆਈ ਜਦੋਂ ਅਸੀਂ ਸੁਣੀ, ਜੀਵ ਕਾ ਕੀ ਚਾਹ ਬਸ ਰਹੀ ਰਹਿਣ ਦਿਨ ਮੈਂ। ਮੇਰੇ ਮਨ ਵਿੱਚ ਕੇਵਲ ਜੀਵਕਾ ਦੀ ਚਾਹਨਾ ਵੀ ਬਣੀ ਹੋਈ, ਉਪਜੀਵਕਾ ਦੀ ਚਾਹਨਾ ਵੀ ਦਿਨ ਰਾਤ ਬਣੀ ਹੋਈ ਹੈ। ਅੰਮ੍ਰਿਤ ਕੋ ਪਾਨ ਕੀਨ ਗੁਰਬਾਣੀ ਹਿਰਦੇ ਪੀਨ, ਔਰ ਅੰਮ੍ਰਿਤ ਪਾਨ ਕੀਤਾ, ਗੁਰਬਾਣੀ ਵਿੱਚ ਆਪਣਾ ਹਿਰਦਾ ਜੋੜਿਆ। ਸਿੰਘ ਨਾਮ ਲੀਨ ਪਇਓ ਵੀਰ ਤੀਰ ਰਨ ਮੈਂ। ਮੇਰਾ ਨਾਮ ਸਿੰਘ ਹੋ ਗਿਆ ਔਰ ਮੈਂ ਵੀਰ ਯੋਧਾ ਬਣ ਕੇ ਜੰਗ ਦੇ ਮੈਦਾਨ ਵਿੱਚ ਜੂਝਣ ਯੋਗ ਹੋ ਗਿਆ। ਇਸ ਲੋਕ ਵਿਖੇ ਸੁਖ ਪਾਏ ਸਭ ਪੰਤਨ ਕੋ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਦਇਆ ਨਾਲ ਮੈਨੂੰ ਇਸ ਲੋਕ ਦੇ ਬਹੁ ਪ੍ਰਕਾਰ ਦੇ ਸੁਖ ਪ੍ਰਾਪਤ ਹੋ ਗਏ। ਭਾਈ ਦਇਆ ਸਿੰਘ ਜੀ ਕਹਿੰਦੇ, ਸਾਦਰ ਸੋ ਜਾਤ ਹੈ ਪਰਲੋਕ ਸੁਰਗਨ ਮੈਂ। ਔਰ ਅੱਗੇ ਪਰਲੋਕ ਵਿੱਚ ਵੀ ਸਾਦਰ ਸਹਿਤ ਸਾਰੇ ਸੁਖ ਪ੍ਰਾਪਤ ਹੋਣਗੇ ਔਰ ਸਾਦਰ ਸਤਕਾਰ ਸਹਿਤ ਸਾਡਾ ਜਾਵਣਾ ਹੋਵੇਗਾ। ਓ ਪਈ ਦਸੋਂ ਗੁਰਨ ਕੀ ਸ਼ਰਨੀ ਪਰੇ, ਅਸੀਂ ਦਸੋਂ ਗੁਰੂ ਸਹਿਬਾਨਾਂ ਦੀ ਸ਼ਰਨ ਵਿੱਚ ਪਏ ਹਾਂ। ਬਿਬਦ ਬਿਦਨ ਤੇ ਪ੍ਰਾਨੀ ਤਰੇ, ਜਦੋਂ ਕੋਈ 10 ਗੁਰੂ ਸਹਿਬਾਨਾਂ ਦੀ ਸ਼ਰਨ ਪੈਂਦਾ ਵਿਵਿਧ ਪ੍ਰਕਾਰ ਨਾਲ ਉਹ ਪ੍ਰਾਣੀ ਸੰਸਾਰ ਤੋਂ ਤਰ ਜਾਂਦਾ ਹੈ। ਗੁਰ ਕੀ ਸੇਵ ਕੇ ਸਤ ਸੰਗ ਸੇਵਾ, ਜਾਂ ਗੁਰੂ ਦੀ ਸੇਵਾ ਕਰ ਲੈ ਤਾਂ ਤਰ ਜਾਂਦਾ, ਸਾਧ ਸੰਗਤ ਦੀ ਸੇਵਾ ਕਰੇ ਤਾਂ ਤਰ ਜਾਂਦਾ ਹੈ। ਕਰੇ ਰਿਝਾਵਨ ਸ਼੍ਰੀ ਗੁਰਦੇਵਾ, ਜਿਵੇਂ ਕਿਵੇਂ ਕਰਕੇ ਸਤਿਗੁਰਾਂ ਨੂੰ ਰਿਝਾਵੇ, ਸਿੱਖ ਗੁਰੂ ਸਾਹਿਬ ਦੀ ਪ੍ਰਸੰਨਤਾ ਲਵੇ। ਕੈ ਨਿਜ ਕਰਤੇ ਪ੍ਰੇਮ ਉਪਾਏ, ਇਹ ਗੁਰਮਤਿ ਦਾ ਸਿਧਾਂਤ ਹੈ। ਖਾਲਸਾ ਜੀ, ਆਮ ਲੋਕ ਘਰ-ਬਾਰ ਛੱਡ ਕੇ ਕਹਿੰਦੇ ਚਲੋ ਤਿਆਗੀ ਹੋ ਜਾਈਏ, ਸੁਖ ਪ੍ਰਾਪਤ ਹੋਵੇਗਾ। ਗੁਰੂ ਨਾਨਕ ਸਾਹਿਬ ਦੇ ਘਰ ਦਾ ਕੀ ਮਤ ਹੈ? ਗੁਰੂ ਕੀ ਸੇਵਾ ਕਰੋ, ਸਤ ਸੰਗਤ ਦੀ ਸੇਵਾ ਕਰੋ, ਜਾਂ ਆਪਣੇ ਘਰ ਵਿੱਚੋਂ ਭੋਜਨ ਬਣਾ ਕੇ ਕਿਸੇ ਭੁੱਖੇ ਨੂੰ ਭੋਜਨ ਛਕਾਓ। ਛਾਦਨ ਭੋਜਨ ਦੇ ਸਮੁਦਾਏ, ਔਰ ਜੇ ਕੋਈ ਨਿਰਵਸਤਰ ਹੈ ਤਾਂ ਉਹਨੂੰ ਵਸਤਰ ਦੇਣ ਦਾ ਯਤਨ ਕਰੋ। ਜਾਂ ਤੇ ਪੀ ਪ੍ਰਸੰਨ ਗੁਰ ਕਰੇ, ਇਸ ਤਰੀਕੇ ਨਾਲ ਵੀ ਸਿੱਖ ਤੇ ਸਤਿਗੁਰੂ ਜੀ ਪ੍ਰਸੰਨ ਹੁੰਦੇ ਐ। ਸਤਿਗੁਰੂ ਜੀ ਰੀਝਦੇ ਹਨ ਕਿ ਮੇਰਾ ਸਿੱਖ ਦਇਆ ਦੀ ਬਿਰਤੀ ਵਾਲਾ ਹੈ। ਜਗ ਸੰਕਟ ਤੇ ਸਿੱਖ ਸੋ ਤਰੇ, ਔਰ ਉਹ ਸਿੱਖ ਜਗਤ ਦੇ ਸੰਕਟਾਂ ਤੋਂ, ਜਗਤ ਦੇ ਦੁੱਖਾਂ ਤੋਂ ਤਰ ਜਾਂਦਾ, ਮੁਕਤ ਹੋ ਜਾਂਦਾ ਹੈ। ਕਿਦੋਂ ਰਾਏ ਸਤਿਗੁਰ ਕੇ ਤੀਰ, ਜਾਂ ਫਿਰ ਹਮੇਸ਼ਾ ਆਪਣੇ ਸਤਿਗੁਰਾਂ ਦੇ ਕੋਲ ਰਹੇ। ਖੜਗ ਤੁਪਕ ਕੈ ਧਰ ਧਨ ਤੀਰ, ਕਿਉਂਕਿ ਉਦੋਂ ਸ਼ਸਤਰਧਾਰੀ ਸਿੰਘ ਮਹਾਰਾਜ ਜੀ ਕੋਲ ਰਹਿੰਦੇ ਸੀ ਤਾਂ ਭਾਈ ਦਇਆ ਸਿੰਘ ਜੀ ਕਹਿੰਦੇ, ਖੜਗ ਗਾਤਰੇ ਧਾਰਨ ਕਰਕੇ, ਤੀਰ ਕਮਾਨ ਢਾਲ ਲੈ ਕੇ, ਸ਼ਸਤਰ ਬੰਦ ਹੋ ਕੇ, ਹਥਿਆਰ ਬੰਦ ਹੋ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਰਹੋ। ਲੜੇ ਯੁੱਧ ਮੈਂ ਸ਼ਤਰਨ ਹਤੇ, ਜਿਹੜਾ ਜੰਗ ਦੇ ਮੈਦਾਨ ਵਿੱਚ ਗੁਰੂ ਸਾਹਿਬ ਜੀ ਦੇ ਵੱਲੋਂ ਦੁਸ਼ਮਣ ਦਲ ਨਾਲ ਲੜ ਕੇ ਵੈਰੀ ਨੂੰ ਮਾਰੇਗਾ। ਗੁਰਨ ਰਿਝਾਵੇ ਲੈ ਕਰ ਫਤਿਹ, ਜੰਗ ਦੇ ਮੈਦਾਨ 'ਚ ਫਤਿਹ ਪ੍ਰਾਪਤ ਕਰੇਗਾ, ਉਹਦੇ ਤੇ ਵੀ ਗੁਰੂ ਸਾਹਿਬ ਦੀ ਪ੍ਰਸੰਨਤਾ ਹੋਵੇਗੀ। ਇਹ ਸਾਰੀ ਸੇਵਾਵਾਂ ਨੇ ਗੁਰੂ ਸਾਹਿਬ ਦੀਆਂ। ਏਦਾਂ ਸਤਿਗੁਰੂ ਜੀ ਪ੍ਰਸੰਨ ਹੁੰਦੇ ਆ ਕਈ ਪ੍ਰਕਾਰ ਨਾਲ। ਸੰਗਤ ਦੀ ਸੇਵਾ ਕੀਤਿਆਂ, ਗੁਰੂ ਦੀ ਸੇਵਾ ਕੀਤਿਆਂ, ਭੁੱਖੇ ਨੂੰ ਭੋਜਨ ਛਕਾਇਆ, ਨੰਗੇ ਨੂੰ ਕੱਪੜੇ ਦਿਆਂ, ਜੰਗ ਦੇ ਮੈਦਾਨ 'ਚ ਦੁਸ਼ਮਣ ਨਾਲ ਜੂਝਦਿਆਂ ਫਤਿਹ ਪ੍ਰਾਪਤ ਕਰਦਿਆਂ ਗੁਰੂ ਸਾਹਿਬ ਜੀ ਦੀ ਪ੍ਰਸੰਨਤਾ ਹੁੰਦੀ ਆ। ਸਤਿਗੁਰੂ ਜੀ ਰੀਝਦੇ ਹਨ ਕਿਦੋਂ ਜੰਗ ਮੈਂ ਤਜ ਕੈ ਪ੍ਰਾਨ, ਤੇ ਜੇ ਫਤਿਹ ਪ੍ਰਾਪਤ ਨਾ ਕਰ ਸਕੇ ਤੇ ਰਣ ਭੂਮੀ 'ਚ ਜੰਗ ਦੇ ਮੈਦਾਨ 'ਚ ਸ਼ਹੀਦੀ ਪ੍ਰਾਪਤ ਕਰ ਲਵੇ। ਸਤਿਗੁਰ ਆਗੇ ਬੋ ਬਲ ਠਾਨ, ਸਤਿਗੁਰੂ ਜੀ ਦੇ ਸਾਨਮੁਖ ਜੰਗ ਦੇ ਮੈਦਾਨ 'ਚ ਪੁਰਜਾ ਪੁਰਜਾ ਕੱਟ ਬਰੈ ਕਬੂ ਨਾ ਛਾੜੈ ਖੇਤ, ਇਹਨਾਂ ਬਚਨਾਂ ਤੇ ਪਹਿਰਾ ਦੇਂਦਿਆਂ ਸ਼ਹੀਦੀ ਪ੍ਰਾਪਤ ਕਰ ਜਾਵੇ। ਕਿਦੋਂ ਭਵਿੱਖਤ ਮੈਂ ਗੁਰ ਹੇਤ, ਜਾਂ ਫਿਰ ਆਉਣ ਵਾਲੇ ਸਮੇਂ 'ਚ ਜਦੋਂ ਕਿਤੇ ਲੋੜ ਪਵੇ ਗੁਰੂ ਸਾਹਿਬ ਜੀ ਵਾਸਤੇ ਜੰਗ ਦੇ ਮੈਦਾਨ ਵਿੱਚ ਲੜਨ ਦੀ। ਲੜੇ ਮਰੇ ਮਾਰੇ ਰਣ ਖੇਤ, ਲੜੇ ਮਰੇ ਜਾਂ ਜੰਗ ਦੇ ਮੈਦਾਨ 'ਚ ਦੁਸ਼ਮਣ ਨੂੰ ਮਾਰ ਦੇਵੇ। ਤਿਨ ਕੋ ਪੀ ਗੁਰ ਸਦਗਤੀ ਦੇ ਹੈ, ਉਹਨਾਂ ਨੂੰ ਵੀ ਸਤਿਗੁਰੂ ਜੀ ਸਦਗਤੀ ਪ੍ਰਦਾਨ ਕਰ ਦਿੰਦੇ ਹਨ। ਉਹਨਾਂ ਨੂੰ ਵੀ ਸਤਿਗੁਰੂ ਜੀ ਸ੍ਰੇਸ਼ਟ ਗਤੀ, ਸ਼ੁਭ ਗਤੀ ਬਖਸ਼ਿਸ਼ ਕਰਦੇ ਨੇ। ਜਨਮ ਮਰਨ ਸੰਕਟ ਨੈ ਪੈ, ਉਹ ਮੁੜ ਕੇ ਜਨਮ ਮਰਨ ਦੇ ਸੰਕਟਾਂ ਵਿੱਚ ਨਹੀਂ ਪੈਂਦੇ, ਉਹ ਜੰਮਣ ਮਰਨ ਵਿੱਚ ਨਹੀਂ ਆਉਂਦੇ। ਇਤਿਆਦਿਕ ਕਾਰਨ ਗਨ ਜਾਨ, ਇਤਿਆਦਿਕ ਬਹੁਤ ਸਾਰੇ ਕਾਰਨ ਜਾਣਦੇ ਆ। ਜਿਸ ਤੇ ਬੰਧਨ ਜਗ ਕੇ ਹਾਨ, ਜਗਤ ਦੇ ਸਾਰੇ ਬੰਧਨ ਕੱਟੇ ਜਾਂਦੇ ਨੇ, ਨਿਰਵਿਰਤ ਹੋ ਜਾਂਦੇ ਹਨ। ਗਿਆਨ ਦੇਨ ਕੀ ਗਤ ਹੈ ਜਥਾ
ਗਿਆਨ ਦੇਣ ਦੀ ਜਿਹੜੀ ਪਿੱਛੇ ਗੁਰਮਤਿ ਦੱਸਦੇ ਆਏ ਹਨ, ਹੁਣ ਗੁਰਮਤਿ ਦੀ ਪ੍ਰੋੜਤਾ ਵਿੱਚ ਮੁੜ ਲਿਖਣ ਲੱਗੇ ਹਨ। ਉਪਦੇਸ਼ਤ ਸਤਿਗੁਰ ਤਥਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਤੈਸਾ ਉਪਦੇਸ਼ ਦਿੰਦੇ ਹਨ। ਸੋ ਮੈਂ ਬਰਨੋ ਭਲੀ ਪ੍ਰਕਾਰ। ਗੁਰੂ ਸਾਹਿਬ ਜੀ ਗਿਆਨ ਦੇਣ ਵਾਸਤੇ ਸਿੱਖ ਨੂੰ ਕਿੱਦਾਂ ਦਾ ਮਤ ਦਿੰਦੇ। ਪਿੱਛੇ ਜਿਹੜਾ ਗਿਆਨ ਦਿੱਤਾ ਪੰਜਾਂ ਕੋਸ਼ਾਂ ਦਾ, ਤਿੰਨ ਸਰੀਰਾਂ ਦਾ, ਉਹ ਵਿਦਾਂਤ ਸ਼ਾਸਤਰ ਦਾ ਗਿਆਨ ਹੈ। ਗੁਰੂ ਸਾਹਿਬ ਵੇਖੋ ਕਿਵੇਂ ਗਿਆਨ ਉਹੀ ਦਿੰਦੇ ਆ, ਪਰ ਉਸ ਗਿਆਨ ਦੇ ਨਾਲ ਮਹਾਰਾਜ ਜੀ ਕੀ ਬਖਸ਼ਦੇ ਨੇ। ਦੇਣਾ ਆਤਮਾ ਦਾ ਹੀ ਗਿਆਨ ਹੈ ਸਤਿਗੁਰਾਂ ਨੇ, ਪਰ ਖੁਸ਼ਕ ਗਿਆਨ ਨਹੀਂ ਦਿੰਦੇ। ਸਤਿਗੁਰੂ ਸੱਚੇ ਪਾਤਸ਼ਾਹ ਵਿੱਚ ਨਾਲ ਭਗਤੀ ਦੀ ਮਿਸ਼ਰੀ ਮਿਲਾ ਕੇ ਦਿੰਦੇ ਆ। ਉਹ ਕਿੱਦਾਂ ਦਾ ਗਿਆਨ ਭਾਈ ਸਾਹਿਬ ਕਹਿੰਦੇ, ਖਾਲਸਾ ਜੀ ਸੁਣੋ ਮੈਂ ਤੁਹਾਨੂੰ ਸਰਵਣ ਕਰਾਉਂਦਾ ਹਾਂ। ਸੁਨੋ ਖਾਲਸਾ ਸਭ ਨਿਰਧਾਰ। ਗੁਰੂ ਸਾਹਿਬ ਦਾ ਜਿਹੜਾ ਮਤ ਹੈ ਉਹਦੀ ਪ੍ਰੋੜਤਾ ਆਪ ਜੀ ਦੇ ਸਨਮੁਖ ਭਾਈ ਸਾਹਿਬ ਕਹਿੰਦੇ, ਭਾਈ ਦਇਆ ਸਿੰਘ ਜੀ ਮੈਂ ਕਰਦਾ ਹਾਂ, ਆਪ ਜੀ ਸੁਣ ਕੇ ਤਿਸ ਨੂੰ ਆਪਣੇ ਹਿਰਦੇ 'ਚ ਨਿਰਧਾਰਤ ਕਰੋ। ਦੋਹਰਾ ਇਸ਼ਨਾਨ ਸਵਾ ਜਾਮ ਕੈ ਜਾਮ ਨਿਸ ਘਟ ਖਟਕਾ ਕੈ ਚਾਰ। ਗਰੀਬ ਨਵਾਜ ਪਾਤਸ਼ਾਹ ਜੀ ਸਿੱਖ ਨੂੰ ਸਭ ਤੋਂ ਪਹਿਲਾਂ ਸਵੇਰੇ ਉੱਠਣ ਸਮੇਂ ਸਭ ਤੋਂ ਪਹਿਲਾਂ ਜਿਹੜਾ ਹੁਕਮ ਕਰਦੇ, ਉਪਦੇਸ਼ ਕਰਦੇ ਨੇ, ਗਿਆਨ ਦਿੰਦੇ ਨੇ, ਉਹ ਇਹ ਹੈ ਕਿ ਸਵਾ ਪਹਿਰ ਰਾਤ ਰਹਿੰਦਿਆਂ ਜਾਂ ਫਿਰ ਇੱਕ ਪਹਿਰ ਰਾਤ ਰਹਿੰਦਿਆਂ, ਇੱਕ ਪਹਿਰ ਰਾਤ ਰਹਿੰਦਿਆਂ ਵੀ ਨਾ ਉੱਠ ਸਕੇ ਤੇ 6 ਘੜੀਆਂ ਰਾਤ ਰਹਿ ਜਾਏ, ਉਸ ਵੇਲੇ ਉੱਠ ਜਾਏ। ਜੇ 6 ਘੜੀਆਂ ਰਾਤ ਰਿਆਂ ਵੀ ਨਾ ਉੱਠਿਆ ਜਾਏ ਤੇ ਘਟੋ ਘਟ 4 ਘੜੀਆਂ ਰਾਤ ਰਿਆਂ ਅੰਮ੍ਰਿਤ ਵੇਲੇ ਉੱਠ ਕੇ ਸੋਚ ਇਸ਼ਨਾਨੇ ਸਿੱਖ ਤਨ ਸਰਤਾ ਸਰ ਬਾਰ ਬਾਰ। ਅੰਮ੍ਰਿਤ ਵੇਲੇ ਉੱਠ ਕੇ ਸਿੱਖ ਚਾਹੇ ਸਵਾ ਪਹਿਰ ਰਾਤ ਰਹਿੰਦਿਆਂ ਉੱਠੇ, ਚਾਹੇ ਪਹਿਰ ਰਾਤ ਰਹਿੰਦਿਆਂ, ਚਾਹੇ 6 ਘੜੀਆਂ ਰਾਤ ਰਹਿ ਜੇ, ਚਾਹੇ 4 ਘੜੀਆਂ ਰਾਤ ਰਹਿ ਜੇ, ਉੱਠੇ। ਉੱਠ ਕੇ ਸ਼ੌਚ ਕਰਕੇ ਸਰੀਰ ਦਾ ਇਸ਼ਨਾਨ ਕਰੇ। ਇਸ਼ਨਾਨ ਕਿੱਥੇ ਕਿੱਥੇ ਕਰੇ? ਉਹਨਾਂ ਵੇਲਿਆਂ ਦੇ ਵਿੱਚ ਜਿਵੇਂ ਜਲ ਦੇ ਸੋਮੇ ਸਨ ਨਹਿਰਾਂ, ਨਦੀਆਂ ਦੇ ਕੰਢਿਆਂ ਤੇ ਨਗਰ ਹੁੰਦੇ, ਲੋਕ ਨਹਿਰਾਂ ਦੇ ਉੱਤੇ ਘਾਟਾਂ ਤੇ ਇਸ਼ਨਾਨ ਕਰਦੇ, ਜਾਂ ਤਲਾਬ ਸਰੋਵਰ ਤੇ ਜਾਂ ਫਿਰ ਘਰ ਦੇ ਵਿੱਚ ਖੂਹ ਆਦਿਕ ਲੱਗੇ ਹੋਣੇ ਤੇ ਉਹਨਾਂ ਦੇ ਜਲ ਨਾਲ ਇਸ਼ਨਾਨ ਕਰਨਾ। ਚਲੋ ਕਿਸੇ ਵੀ ਤਰੀਕੇ ਨਾਲ ਕਿ ਸਵੱਛ ਜਲ ਦੇ ਨਾਲ, ਜਿਹੜਾ ਸਾਫ਼ ਸੁਥਰਾ ਜਲ ਹੋਵੇ, ਉਸ ਜਲ ਦੇ ਨਾਲ ਅੰਮ੍ਰਿਤ ਵੇਲੇ ਉੱਠ ਕੇ ਸਿੱਖ ਇਸ਼ਨਾਨ ਪਾਨ ਕਰੇ। ਜੋ ਪਈ ਨਾਮ ਸਤ ਨਾਮ ਸਿਮਰਨ ਕੋ ਲਾਗੈ। ਇਸ਼ਨਾਨ ਕਰਕੇ ਫਿਰ ਗੁਰ ਸਿੱਖ ਸੱਚੇ ਨਾਮ ਦਾ ਬਹਿ ਕੇ ਚੌਂਕੜਾ ਮਾਰ ਕੇ ਸਿਮਰਨ ਕਰੇ। ਜਿਵੇਂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਬਚਨ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਏ। ਫਿਰ ਚੜਾ ਭਲਕੇ ਉਠ ਹਰ ਨਾਮ ਧਿਆਵੈ। ਇਸ ਪ੍ਰਕਾਰ ਨਾਲ ਉਦਮ ਕਰੇ ਭਲਕੇ ਪ੍ਰਭਾਤੀ। ਇਸ਼ਨਾਨ ਕਰੈ ਅੰਮ੍ਰਿਤਸਰ ਨਹਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ। ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ। ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਇਹ ਜਿਹੜੀਆਂ ਬਖਸ਼ਿਸ਼ਾਂ ਗੁਰੂ ਰਾਮਦਾਸ ਪਾਤਸ਼ਾਹ ਨੇ ਹੁਕਮ ਦੁਆਰਾ ਕੀਤੀਆਂ ਨੇ, ਇਹਨਾਂ ਤੇ ਸਿੱਖ ਪਹਿਰਾ ਦੇਵੇ। ਇਸ਼ਨਾਨ ਪਾਨ ਕਰਕੇ ਫਿਰ ਸੱਚੇ ਨਾਮ ਦਾ ਸਿਮਰਨ ਕਰੇ। ਪਾਚਲ ਰਾਤ ਨਿਤਾ ਪ੍ਰਤ ਜਾਗੇ। ਨਿਤਾ ਪ੍ਰਤੀ ਦਾ ਇਹ ਨੇਮ ਹੋਵੇ, ਪਿਛਲੇ ਪਹਿਰ ਅੰਮ੍ਰਿਤ ਵੇਲੇ ਉੱਠ ਕੇ ਤਿਆਰ ਬਰ ਤਿਆਰ ਹੋਵੇ। ਗੁਰਬਾਣੀ ਪਠ ਅਰਥ ਵਿਚਾਰੈ। ਜਿੱਥੇ ਸਿਮਰਨ ਕਰੇ ਉੱਥੇ ਨਾਲ ਗੁਰਬਾਣੀ ਪੜ੍ਹੇ। ਚੜ੍ਹੈ ਦਿਵਸ ਗੁਰਬਾਣੀ ਦਾ ਮਤਲਬ ਹੁੰਦਾ ਵੀ ਦਿਨ ਚੜ੍ਹਦਿਆਂ ਤਾਈਂ ਗੁਰਬਾਣੀ ਪੜ੍ਹੀ ਜਾਵੇ ਬੈਠਿਆਂ। ਔਰ ਗੁਰਬਾਣੀ ਨੂੰ ਪੜ੍ਹ ਕੇ ਨਾਲ ਗੁਰਬਾਣੀ ਦੇ ਅਰਥਾਂ ਦੀ ਵਿਚਾਰ ਕਰੇ। ਗੁਣ ਸੰਗ੍ਰਹਿ ਅਵਗੁਣ ਗਨ ਟਾਰੈ। ਗੁਣਾਂ ਨੂੰ ਇਕੱਠਿਆਂ ਕਰੇ ਸਿੱਖ ਤੇ ਔਗਣਾਂ ਦਾ ਟਾਲਾ ਕਰੇ। ਔਗਣਾਂ ਤੋਂ ਪਾਸਾ ਵੱਟ ਲਵੇ ਔਰ ਗੁਣਾਂ ਨੂੰ ਗ੍ਰਹਿਣ ਕਰੇ। ਦਿਨਸ ਚੜੇ ਕਾਰਜ ਜੋ ਕਰੇ। ਜਦੋਂ ਲੋ ਲੱਗ ਜੇ, ਦਿਨ ਚੜ ਜੇ, ਫਿਰ ਆਪਣੇ ਕਾਰਜਾਂ ਦੇ ਵਿੱਚ ਜਿਹੜੇ ਸੰਸਾਰ ਦੇ ਕੰਮ ਕਿਰਤ ਦਿੱਤੀ ਹੋਈ ਆ ਵਾਹਿਗੁਰੂ ਨੇ,
ਉਹ ਕਰੇ। ਸਤਨਾਮ ਮੁਖ ਤੇ ਉਰ ਧਰੇ। ਪਰ ਉਹ ਕਿਰਤ ਬਿਰਤ ਕਰਦਿਆਂ ਹੋਇਆਂ ਆਪਣੇ ਮੁਖ ਤੋਂ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਇਹ ਜਪੀ ਜਾਵੇ। ਨਾਮ ਦੀ ਆਰਾਧਨਾ ਨਾਲ ਨਾਲ ਕਰੀ ਜਾਵੇ, ਕੰਮ ਕੋਈ ਵੀ ਕਰਦਾ ਹੋਵੇ। ਨਿਸ ਦਿਨ ਮੈਨੇ ਕਬਹੂ ਬਿਸਾਰੈ। ਰਾਤ ਦਿਨ ਚ ਕਦੇ ਵੀ ਵਾਹਿਗੁਰੂ ਨੂੰ ਨਾ ਵਿਸਾਰੇ। ਜਦੋਂ ਵੀ ਚੇਤਨਾ ਵਿੱਚ ਹੋਵੇ ਉਦੋਂ ਹੀ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਰੱਖੇ। ਜਿਉ ਲੋਭੀ ਧਨ ਮੈਂ ਮਨ ਧਾਰੈ। ਕਹਿੰਦੇ ਜਿਵੇਂ ਲਾਲਚੀ ਬੰਦਾ, ਕੰਜੂਸ ਬੰਦਾ ਪੈਸਾ ਇਕੱਠਾ ਕਰਨ ਵਿੱਚ ਧਿਆਨ ਰੱਖਦਾ ਨਾ, ਉਹ ਵੇਖਦਾ ਵੀ ਕਿਵੇਂ ਪੈਸਾ ਆਉਂਦਾ। ਉਹਨੂੰ 1 ਮਿੰਟ ਦਾ ਵੀ ਵਿਸਾਹ ਨਹੀਂ ਉਹ ਕਰਦਾ, ਵੀ 1 ਮਿੰਟ ਦੇ ਵਿੱਚ ਵੀ ਉਹ ਕਹਿੰਦਾ ਵੀ ਇਹਦੇ ਵਿੱਚ ਇੰਨੇ ਪੈਸੇ ਆਉਣੇ ਆ, ਉਹਦਾ ਵੀ ਟਾਲਾ ਨਹੀਂ ਕਰਦਾ। ਏਦਾਂ ਜਿਹੜਾ ਕੰਜੂਸ ਆਦਮੀ ਹੈ, ਜਿਵੇਂ ਉਹ ਧਨ ਇਕੱਤਰ ਕਰਨ ਦੇ ਵਿੱਚ ਆਪਣਾ ਧਿਆਨ ਕੇਂਦਰਿਤ ਕਰਦਾ ਹੈ, ਨਾਮ ਜਪਣ ਵਾਲਾ ਜਗਿਆਸੂ ਸਾਧਕ ਉਹ ਵੀ ਨਾਮ ਜਪਣ ਦੇ ਵਿੱਚ ਕੰਜੂਸੀ ਕਰਦਾ। ਕੰਜੂਸੀ ਵੀ ਹੋਰ ਵਿਆਜ ਲਾ, ਹੋਰ ਜਪ ਲਾ, ਝੱਟ ਹੋਰ ਬਾਣੀ ਪੜ੍ਹ ਲਈਏ, ਝੱਟ ਹੋਰ ਸਿਮਰਨ ਕਰ ਲਈਏ, ਇੱਕ ਸ਼ਬਦ ਹੋਰ ਸੁਣ ਲਈਏ ਕੀਰਤਨ ਦੇ ਵਿੱਚ, ਹੋਰ ਮਹਾਰਾਜ ਜੀ ਦੀ ਕਥਾ ਸੁਣ ਲਈਏ। ਏਦਾਂ ਉਹ ਇਸ ਨਾਮ ਧਨ ਨੂੰ ਆਪਣੇ ਹਿਰਦੇ ਵਿੱਚ ਵਿਹਾਜਦਾ, ਇਕੱਤਰ ਕਰਦਾ ਹੈ। ਲਿਵ ਲੱਗ ਜਾਏ ਪੱਕੇ ਅਭਿਆਸਾ। ਜਦੋਂ ਸਿੱਖ ਦੀ ਨਾਮ 'ਚ ਲਿਵ ਲੱਗਦੀ ਆ, ਫਿਰ ਇਹਦਾ ਅਭਿਆਸ ਪੱਕ ਜਾਂਦਾ ਹੈ। ਫਿਰ ਇਹਦਾ ਅਭਿਆਸ ਇੰਨਾ ਪੱਕ ਜਾਂਦਾ ਹੈ, ਸਨੇ ਸਨੇ ਤਨ ਹੰਤਾ ਨਾਸ਼ਾ। ਸਹਿਜੇ ਸਹਿਜੇ ਸਰੀਰ ਦੀ ਹੰਗਤਾ ਬਿਨਸ ਜਾਂਦੀ ਹੈ, ਫਿਰ ਸਰੀਰ ਦੀ ਬਿਸਿਮਰਤੀ ਹੋ ਜਾਂਦੀ ਹੈ। ਤਨ ਦਾ ਜਿਹੜਾ ਦੇਹ ਅਧਿਆਸ ਹੈ ਇਹ ਚਲਿਆ ਜਾਂਦਾ ਹੈ। ਸ਼ਰਵਣ ਗਿਆਨ ਮੈਂ ਪੁੰਨ ਲੱਗ ਜਾਏ। ਸ਼ਰਵਣ ਗਿਆਨ ਦੇ ਵਿੱਚ ਇਹਦਾ ਮਨ ਲੱਗ ਜਾਂਦਾ ਹੈ। ਸਚਦਾਨੰਦ ਬ੍ਰਹਮ ਜਿਸ ਪਾਏ। ਸਤ ਚੇਤਨ ਆਨੰਦ ਬ੍ਰਹਮ ਜਿਸ ਪ੍ਰਕਾਰ ਹੈ, ਫਿਰ ਉਹਦੇ ਵਿੱਚ ਆਪਣਾ ਨਿਰਣਾ ਕਰਦਾ ਹੈ। ਕਰ ਨਿਰਣੈ ਮਨ ਦੇ ਕਰ ਸੁਨੇ। ਔਰ ਆਪਣਾ ਮਨ ਦੇ ਕਰਕੇ ਨਿਰਣੇ ਕਰਕੇ ਧਿਆਨ ਨਾਲ ਸ਼ਰਵਣ ਗਿਆਨ ਨੂੰ ਸੁਣਦਾ ਹੈ। ਤਜੇ ਨ ਤਬ ਸਿਮਰਨ ਨਿਤ ਪਨੇ। ਔਰ ਆਪਣੇ ਹਿਰਦੇ ਚੋਂ ਸਾਹਿਬ ਦੇ ਸਿਮਰਨ ਨੂੰ ਨਹੀਂ ਤਜਦਾ, ਔਰ ਆਪਣੀ ਰਸਨਾ ਤੋਂ ਵਾਹਿਗੁਰੂ 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 ਸਿੱਖ ਜਪਦਾ ਹੈ। ਮਨਨ ਕਰੇ ਪੁਨ ਜੁਗਤ ਅਨੇਕ। ਫਿਰ ਅਨੇਕਾਂ ਜੁਗਤੀਆਂ ਨਾਲ ਉਹਨੂੰ ਆਪਣੇ ਹਿਰਦੇ 'ਚ ਸਿੱਖ ਮਨਨ ਕਰਦਾ ਹੈ, ਉਹਨੂੰ ਫਿਰ ਮੰਨਦਾ, ਆਪਣੇ ਹਿਰਦੇ 'ਚ ਮਨਨ ਕਰਦਾ। ਬ੍ਰਹਮ ਆਤਮਾ ਕੇਰ ਵਿਵੇਕ। ਬ੍ਰਹਮ ਆਤਮਾ ਦੇ ਵਿਵੇਕ ਨੂੰ, ਵਿਚਾਰ ਨੂੰ ਵਿਚਾਰਦਾ ਹੈ। ਤਬ ਪੀ ਨਿਤ ਸਿਮਰਨ ਸਤਨਾਮ। ਜਦੋਂ ਮਨਨ ਕਰਦਾ ਉਦੋਂ ਵੀ ਜਪਦਾ ਸਤਨਾਮ ਸ੍ਰੀ ਵਾਹਿਗੁਰੂ, ਉਦੋਂ ਵੀ ਇਹਨੂੰ ਵਾਹਿਗੁਰੂ ਨਹੀਂ ਭੁੱਲਦਾ। ਐ ਤਿਆਗੇ ਜਾਣੇ ਸੁਖ ਧਾਮ। ਨਹੀਂ ਤਿਆਗਦਾ ਸਿਮਰਨ ਨੂੰ, ਕਹਿੰਦਾ ਇਹ ਸਿਮਰਨ ਹੀ ਸਾਰੇ ਸੁੱਖਾਂ ਦਾ ਘਰ ਹੈ। ਪੁਨ ਬ੍ਰਿਤ ਚੜੀ ਨਿਧਿਆਸਨ ਜਾਏ। ਮਨਨ ਤੋਂ ਬਾਅਦ ਜਦੋਂ ਬਿਰਤੀ ਨਿਧਿਆਸਨ 'ਚ ਚਲੀ ਜਾਂਦੀ ਹੈ, ਜਦੋਂ ਨਿਧਿਆਸਨ ਵਿੱਚ ਸੁਰਤੀ ਚੜ੍ਹਦੀ ਹੈ, ਆਨੰਦ ਆਤਮਾ ਵਿਖੇ ਟਕਾਏ। ਉੱਥੇ ਫਿਰ ਆਨੰਦ ਆਤਮ ਸਰੂਪ ਦੇ ਵਿੱਚ ਜਦੋਂ ਇਹ ਆਪਣੇ ਮਨ ਨੂੰ ਟਿਕਾਉਂਦਾ ਹੈ, ਸਜਾਤੀ ਪ੍ਰਤੇ ਬਹਿ ਪ੍ਰਵਾਹ। ਕਹਿੰਦੇ ਫਿਰ ਇਹਦਾ ਸਜਾਤੀ ਪ੍ਰਵਾਹ ਹੋ ਕੇ ਅੰਦਰ ਨੂੰ ਵਹਿ ਟੁਰਦਾ ਹੈ। ਯਾਨੀ ਕਿ ਸਜਾਤੀ ਬਿਰਤੀਆਂ ਜਿੰਨੀਆਂ ਵੀ ਨੇ ਉਹ ਬ੍ਰਹਮ ਦੇ ਵਿੱਚ ਪ੍ਰਵਾਹ ਉਹਨਾਂ ਦਾ ਚੱਲ ਪੈਂਦਾ, ਉਲਟ ਕੇ ਅੰਦਰ ਨੂੰ ਚਲੀਆਂ ਜਾਂਦੀਆਂ ਹਨ। ਪ੍ਰਾਪਤ ਪਇਓ ਆਨੰਦ ਕੇ ਮਾਏ। ਔਰ ਉਸ ਪਰਮ ਆਨੰਦ ਸਤ ਨੂੰ ਇਹ ਪ੍ਰਾਪਤ ਹੋ ਜਾਂਦਾ ਹੈ। ਤਬ ਪੀ ਨਾਇਨ ਨਾਮ ਵਿਸਾਰੋ। ਜਦੋਂ ਸਿੱਖ ਨਿਧਿਆਸਨ ਕਰਦਾ ਉਦੋਂ ਵੀ ਨਾਮ ਨਹੀਂ ਵਿਸਾਰਦਾ, ਉਦੋਂ ਵੀ ਨਾਮ ਜਪਦਾ ਹੈ, ਉਦੋਂ ਵੀ ਵਾਹਿਗੁਰੂ 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 ਧਿਆਉਂਦਾ ਹੈ। ਹਿਰਦੈ ਵਿਖੇ ਕੈ ਮੁਖੋਂ ਉਚਾਰੋ। ਚਾਹੇ ਹਿਰਦੇ ਵਿੱਚ ਜਪੇ, ਚਾਹੇ ਮੂੰਹ ਤੋਂ ਕਹੇ ਵਾਹਿਗੁਰੂ, ਚਾਹੇ ਹਿਰਦੇ ਦੇ ਵਿੱਚੋਂ ਜਪੇ। ਪੁਨ ਸਾਖਿਆਤਕਾਰ ਹੋਏ ਜਾਏ। ਨਿਧਿਆਸਨ ਤੋਂ ਬਾਅਦ ਫਿਰ ਸਾਖਸ਼ਾਤਕਾਰ ਹੁੰਦਾ ਹੈ, ਫਿਰ ਪ੍ਰਤੱਖ ਹੋ ਜਾਂਦਾ ਬ੍ਰਹਮ ਦਾ ਸਵਰੂਪ ਹੱਥ ਤੇ ਔਲੇ ਧਰੇ ਵਾਂਗੂ। ਤਬ ਇੱਕ ਹੋਏ ਆਪੇ ਮਿਟ ਜਾਏ। ਉਦੋਂ ਜਦੋਂ ਇੱਕ ਰੂਪ ਹੋ ਜਾਂਦਾ ਫਿਰ ਇਹਦਾ ਆਪਣਾ ਆਪਾ ਮਿਟ ਜਾਂਦਾ ਹੈ। ਜਬ ਲਗ ਆਪਾ ਜਾਣੇ ਨਿਆਰਾ। ਜਦੋਂ ਤੱਕ ਇਹ ਆਪਣੇ ਆਪੇ ਨੂੰ ਨਿਆਰਾ ਜਾਣਦਾ ਹੈ। ਨੈ ਅਭੇਦਤਾ ਭਲੀ ਪ੍ਰਕਾਰਾ। ਆਪਣੇ ਆਪੇ ਤੋਂ ਆਪਣੇ ਆਪ ਨੂੰ ਜਦੋਂ ਤੱਕ ਵੱਖਰਾ ਸਮਝਦਾ ਹੈ,
ਉਦੋਂ ਤੱਕ ਇਹਦਾ ਇਹ ਭੇਦ ਨਹੀਂ ਮਿਟਦਾ। ਤਬ ਲੋ ਸਤ ਨਾਮ ਲਿਵ ਲਾਵੇ। ਕਹਿੰਦੇ ਉਦੋਂ ਤੱਕ ਜਿਹੜਾ ਸਿੱਖ ਹੈ ਸਾਧਕ ਉਹ ਸੱਚੇ ਨਾਮ ਨਾਲ ਆਪਣੀ ਲਿਵ ਲਾ ਕੇ ਰੱਖੇ, ਜਦੋਂ ਤੱਕ ਇਹਦੇ ਅੰਦਰੋਂ ਇਹਨੂੰ ਇਹ ਬੋਧ ਨਾ ਹੋਵੇ ਵੀ ਮੇਰਾ ਆਪਾ ਕੀ ਹੈ। ਜਦੋਂ ਤੱਕ ਆਪਣੇ ਆਪੇ ਤੋਂ ਇਹ ਨਿਆਰਾ ਬੈਠਾ ਵੀ ਮੈਂ ਸਰੀਰ ਆ, ਸਰੀਰ ਨਾਲ ਜੁੜਿਆ ਹੋਇਆ ਹੈ, ਉਦੋਂ ਤੱਕ ਸਾਧਨਾ ਕਰੀ ਜਾਵੇ, ਨਾਮ ਜਪੀ ਜਾਵੇ। ਨਾਨਾ ਬਿਗਨ ਹੋਣ ਨੈ ਪਾਵੇ। ਕਹਿੰਦੇ ਕਈ ਤਰ੍ਹਾਂ ਦੇ ਵਿਘਨ ਆਉਂਦੇ ਆ ਸਾਧਕਾਂ ਦੀ ਸਾਧਨਾ ਵਿੱਚ। ਜਦੋਂ ਨਾਮ ਜਪੀਦਾ ਹੈ ਉਦੋਂ ਫਿਰ ਉਹ ਕਈ ਤਰ੍ਹਾਂ ਦੇ ਵਿਘਨ ਜਿਹੜੇ ਨੇ ਉਹ ਨਹੀਂ ਆਉਂਦੇ। ਸ਼ੁਭ ਗੁਣ ਸ਼ਰਵਨ ਮਨਨ ਨਿਧਿਆਸ। ਕਹਿੰਦੇ ਜਿਹੜੇ ਸ਼ੁਭ ਗੁਣ ਨੇ ਉਹ ਆਉਂਦੇ ਨੇ ਨਾਮ ਜਪਦਿਆਂ, ਸ਼ਰਵਣ ਮਨਨ ਤੇ ਨਿਧਿਆਸਨ ਕਰਦਿਆਂ। ਇਹ ਫੁਲਵਾੜੀ ਰਹੀ ਪ੍ਰਕਾਸ਼। ਤੇਰੇ ਫੁਲਵਾੜੀ ਦਾ ਪ੍ਰਕਾਸ਼ ਹੋ ਜਾਂਦਾ। ਸ਼ਰਵਣ ਮਨਨ ਨਿਧਿਆਸਨ ਤੇ ਸ਼ੁਭ ਗੁਣਾਂ ਦੀ ਫੁਲਵਾੜੀ ਇਹ ਖਿੜ ਜਾਂਦੀ ਆ ਸਿੱਖ ਦੇ ਅੰਦਰ। ਕਾਮ ਕ੍ਰੋਧ ਤੇ ਆਦ ਵਿਕਾਰੋ। ਜਿਹੜੇ ਕਾਮ ਕ੍ਰੋਧ ਆਦਿਕ ਵਿਕਾਰ ਹਨ ਇਹ ਮ੍ਰਿਗ ਨਾਨਾ ਬਿਦਨ ਹਜ਼ਾਰੋ। ਇਹ ਕਈ ਤਰ੍ਹਾਂ ਦੇ ਹਿਰਣ ਨੇ, ਕਹਿ ਸਕਦੇ ਹਜ਼ਾਰਾਂ ਪ੍ਰਕਾਰ ਦੇ ਹਿਰਣ ਨੇ। ਸਤ ਨਾਮ ਕੋ ਹਰਿ ਬਲ ਭਾਰੀ। ਇਹ ਜਿਹੜੇ ਹਿਰਣ ਨੇ ਫੁਲਵਾੜੀ ਨੂੰ ਨਾਸ ਕਰਦੇ ਐ। ਜਦੋਂ ਹਿਰਨ ਫੁਲਵਾੜੀ ਚਾਉਣਗੇ ਫੁਲਵਾੜੀ ਨੂੰ ਤਬਾਹ ਕਰਨਗੇ। ਕਹਿੰਦੇ ਸ਼ੁਭ ਗੁਣਾਂ ਦੀ ਫੁਲਵਾੜੀ ਨੂੰ ਕਾਮ ਕ੍ਰੋਧ ਆਦਿਕ ਜਿਹੜੇ ਹਿਰਨ ਨੇ ਕਈ ਹਜ਼ਾਰਾਂ ਪ੍ਰਕਾਰ ਦੇ, ਇਹ ਡਾਰ ਹੀ ਆ ਹਜ਼ਾਰਾਂ ਹਿਰਨਾਂ ਦੀ, ਇਹ ਆ ਕੇ ਇਸ ਫੁਲਵਾੜੀ ਦਾ ਨੁਕਸਾਨ ਕਰਦੇ ਐ। ਪਰ ਜਦੋਂ ਕੋਈ ਸਿੱਖ ਵਾਹਿਗੁਰੂ ਵਾਹਿਗੁਰੂ ਦੇ ਜਾਪ ਨੂੰ ਜਪਦਾ ਹੈ, ਉਹ ਵਾਹਿਗੁਰੂ ਦਾ ਜਾਪ ਬੱਬਰ ਸ਼ੇਰ ਦੀ ਦਹਾੜ ਵਾਂਗੂ ਹੁੰਦਾ ਹੈ, ਜਿਸ ਦੀ ਦਹਾੜ ਨੂੰ ਸੁਣ ਕੇ ਜਿੰਨੇ ਵਿਕਾਰਾਂ ਦੇ ਹਿਰਨ ਨੇ ਇਹ ਸਾਰੇ ਹਿਰਦੇ ਚੋਂ ਨੱਠ ਜਾਂਦੇ ਆ, ਭੱਜ ਜਾਂਦੇ ਹਨ। ਸਿੰਘ ਬੁੱਗੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ। ਇਨੋ ਬਿਨਾਸ਼ੈ ਬਿਨਾ ਅਵਾਰੀ। ਬਿਨਾਂ ਦੇਰੀ ਤੋਂ ਵਾਹਿਗੁਰੂ ਦਾ ਸਿਮਰਨ ਇਹਨਾਂ ਸਾਰੇ ਵਿਕਾਰਾਂ ਰੂਪੀ ਹਿਰਨਾਂ ਨੂੰ ਭਜਾ ਦਿੰਦਾ ਹੈ। ਜਿਵੇਂ ਸ਼ੇਰ ਦੇ ਦਹਾੜਿਆਂ ਹਿਰਨ ਨੱਠ ਜਾਂਦੇ ਹਨ ਜਾਂ ਉਹਨਾਂ ਦਾ ਨਾਸ਼ ਕਰ ਦਿੰਦਾ ਸ਼ੇਰ, ਏਦਾਂ ਵਾਹਿਗੁਰੂ ਦਾ ਸਿਮਰਨ ਵਿਕਾਰਾਂ ਦਾ ਨਾਸ਼ ਕਰਦਾ। ਨਿਧਿਆਸਨ ਲਗ ਚਾਹੇ ਸਹਾਏ। ਜਦੋਂ ਤੱਕ ਨਿਧਿਆਸਨ ਹੁੰਦਾ ਹੈ, ਸਰਵਣ ਮਨਨ ਨਿਧਿਆਸਨ, ਉਦੋਂ ਤੱਕ ਨਾਮ ਦੀ ਸਹਾਇਤਾ ਚਾਹੀਦੀ ਹੈ, ਉਦੋਂ ਤੱਕ ਨਾਮ ਜਪਣਾ ਜ਼ਰੂਰੀ ਹੈ। ਰਥੀ ਮਹਾਰਥੀ ਹੈ ਜਿਸ ਪਾਏ। ਖਾਲਸਾ ਜੀ ਤਿੰਨ ਤਰ੍ਹਾਂ ਦੇ ਸੂਰਮੇ ਹੁੰਦੇ ਨੇ, ਇੱਕ ਰਥੀ ਸੂਰਮੇ ਹੁੰਦੇ ਨੇ, ਇੱਕ ਮਹਾਰਥੀ ਸੂਰਮੇ ਹੁੰਦੇ ਨੇ। ਹੈ ਅਤਰਥੀ ਗਿਆਨ ਸਖਿਆਤ। ਇੱਕ ਅਤਰਥੀ ਸੂਰਮਾ ਹੁੰਦਾ ਹੈ। ਜਿਹੜੇ ਰਥੀ ਤੇ ਮਹਾਰਥੀ ਸੂਰਮੇ ਨੇ ਉਹਨਾਂ ਨੂੰ ਸਹਾਇਤਾ ਦੀ ਲੋੜ ਹੁੰਦੀ ਹੈ, ਪਰ ਜਿਹੜਾ ਅਤਰਥੀ ਸੂਰਮਾ ਹੁੰਦਾ ਉਹ ਬਿਨਾਂ ਕਿਸੇ ਸਹਾਇਤਾ ਤੋਂ ਲੱਖਾਂ ਨਾਲ ਲੜ ਕੇ ਉਹਨਾਂ ਤੇ ਵਿਜয়ੀ ਹੋ ਜਾਂਦਾ ਹੈ। ਰਥੀ ਸੂਰਮੇ ਤੇ ਮਹਾਰਥੀ ਸੂਰਮਿਆਂ ਨੂੰ ਸਹਾਇਤਾ ਦੀ ਜ਼ਰੂਰਤ ਹੈ, ਪਰ ਜਿਹੜਾ ਅਤਰਥੀ ਗਿਆਨ ਸਾਖਸ਼ਾਤਕਾਰ ਹੋ ਜਾਂਦਾ ਹੈ ਉਹਨੂੰ ਸਹਾਇਤਾ ਦੀ ਜ਼ਰੂਰਤ ਨਹੀਂ। ਯਾਨੀ ਕਿ ਸਰਵਣ ਮਨਨ ਤੇ ਨਿਧਿਆਸਨ ਨੂੰ ਜ਼ਰੂਰਤ ਹੈ ਸਿਮਰਨ ਦੀ। ਜਦੋਂ ਤੱਕ ਸਰਵਣ ਮਨਨ ਨਿਧਿਆਸਨ ਚੱਲਦਾ ਉਦੋਂ ਤੱਕ ਸਿਮਰਨ ਚਾਹੀਦਾ ਹੈ, ਪਰ ਜਦੋਂ ਸਾਖਸ਼ਾਤਕਾਰ ਹੋ ਗਿਆ, ਆਪ ਹੀ ਆਪ ਹੋ ਗਏ, ਉੱਥੇ ਆ ਕੇ ਤਾਂ ਫਿਰ ਸਿਮਰਨ ਵੀ ਵਿੱਚ ਵਿਲੈ ਹੋ ਜਾਂਦਾ ਹੈ। ਜਿਸ ਦਾ ਸਿਮਰਨ ਕਰਨਾ ਫਿਰ ਉਸੇ ਦਾ ਹੀ ਜਦੋਂ ਰੂਪ ਹੋ ਗਏ, ਫਿਰ ਤਾਂ ਵਖਰੇਵਾ ਰਿਹਾ ਹੀ ਨਹੀਂ, ਉੱਥੇ ਫਿਰ ਸਹਾਇਤਾ ਦੀ ਲੋੜ ਨਹੀਂ ਪੈ ਜਾਂਦੀ। ਸਗਰੇ ਬਿਗਨ ਕਰਤ ਹੈ ਸ਼ਾਂਤ। ਫਿਰ ਉਹ ਨਾਮ ਜਿਹੜਾ ਸਾਖਸ਼ਾਤਕਾਰ ਹੋ ਕਰ ਦਿੰਦਾ ਹੈ, ਉਹਦੇ ਨਾਲ ਸਾਰੇ ਵਿਘਨ ਸ਼ਾਂਤ ਹੋ ਜਾਂਦੇ ਨੇ। ਚਾਹ ਸਹਾਇਤ ਕੀਨੈ ਤਰੇ। ਉਹਨੂੰ ਫਿਰ ਕਿਸੇ ਪ੍ਰਕਾਰ ਦੀ ਸਹਾਇਤਾ ਦੀ ਜ਼ਰੂਰਤ ਨਹੀਂ ਰਹਿੰਦੀ। ਜੁਤ ਅਗਿਆਨ ਵਿਕਾਰਨ ਹਰੇ। ਜਿਤਨੇ ਵਿਕਾਰ ਨੇ, ਅਗਿਆਨ ਦੇ ਸਹਿਤ ਉਹਨਾਂ ਸਾਰੇ ਵਿਕਾਰਾਂ ਨੂੰ ਉਹ ਗਿਆਨ ਹਰ ਲੈਂਦਾ ਹੈ। ਸਾਲਾ ਹੀ ਸਾਲਾਹੋ ਤਬ ਲੋ। ਕਹਿੰਦੇ ਉਦੋਂ ਤੱਕ ਉਸ ਵਾਹਿਗੁਰੂ ਨੂੰ ਸਲਾਹੋ ਜੋ ਸਲਾਹਣੇ ਯੋਗ ਹੈ। ਸੁਰਤ ਨਾ ਮਿਲੇ ਬ੍ਰਹਮ ਮੈਂ ਜਬ ਲੋ। ਜਦੋਂ ਤੱਕ ਤੁਹਾਡੀ ਸੁਰਤ ਉਸ ਬ੍ਰਹਮ ਚ ਮਿਲ ਕੇ ਉਹਦੇ ਵਿੱਚ ਇੱਕ ਮਿਕ ਨਹੀਂ ਹੋ ਜਾਂਦੀ। ਨਦੀਆਂ ਉਦੋਂ ਤੱਕ ਹੀ ਚੱਲਦੀਆਂ ਨੇ ਜਦੋਂ ਤੱਕ ਸਮੁੰਦਰ ਵਿੱਚ ਨਹੀਂ ਮਿਲ ਜਾਂਦੀਆਂ। ਸਮੁੰਦਰ ਵਿੱਚ ਮਿਲਣ ਤੋਂ ਬਾਅਦ ਉਹਨਾਂ ਨੂੰ ਟੁਰਨਾ ਨਹੀਂ ਪੈਂਦਾ, ਉਹਨਾਂ ਨੂੰ ਚੱਲਣਾ ਨਹੀਂ ਪੈਂਦਾ, ਉਹਨਾਂ ਨੂੰ ਪੰਧ ਨਹੀਂ ਮੁਕਾਉਣਾ ਪੈਂਦਾ, ਕਿਉਂਕਿ ਹੁਣ ਤਾਂ ਸਮੁੰਦਰ ਚ ਮਿਲ ਕੇ ਟਿਕ ਗਈਆਂ ਨੇ। ਪਰਮੇਸ਼ਰ ਨੂੰ ਉਦੋਂ ਤੱਕ ਸਲਾਹੁੰਦੇ ਰਹੋ ਜਦੋਂ ਤੱਕ ਉਸ ਪਰਮੇਸ਼ਰ ਦੇ ਵਿੱਚ ਅਭੇਦ ਨਹੀਂ ਹੋ ਜਾਂਦੇ। ਜਦੋਂ ਅਭੇਦ ਹੋ ਗਏ ਫਿਰ ਤਾਂ ਉਸੇ ਵਿੱਚ ਹੀ ਇੱਕ ਮਿਕ ਹੋ ਗਏ, ਫਿਰ ਤਾਂ ਯਾਤਰਾ ਸੰਪੰਨ ਹੋ ਗਈ। ਜਿਮ ਨਦੀ ਵਾਹ
ਸਮੁੰਦਰ ਮੈਂ ਮਿਲੇ। ਜਿਵੇਂ ਨਦੀਆਂ ਤੇ ਵਾੜੇ ਸਮੁੰਦਰ ਵਿੱਚ ਜਾ ਕੇ ਮਿਲ ਜਾਣ ਤੇ ਸਮੁੰਦਰ ਵਿੱਚ ਇੱਕ ਮਿਕ ਹੋ ਜਾਂਦੇ ਨੇ, ਏਕ ਰੂਪ ਨੈ ਹੋਵਤ ਭਲੇ। ਫਿਰ ਉਹ ਇੱਕ ਰੂਪ ਹੀ ਹੋ ਜਾਂਦੇ ਨੇ, ਫਿਰ ਵੱਖਰੇ ਨਹੀਂ ਹੁੰਦੇ। ਤਬ ਲੋ ਸਤ ਨਾਮ ਕੋ ਸਿਮਰਨ। ਇਸ ਕਰਕੇ ਸਿੱਖਾ ਜਦੋਂ ਤੱਕ ਤੇਰੇ ਅੰਦਰ ਬ੍ਰਹਮ ਗਿਆਨ ਨਹੀਂ ਪ੍ਰਗਟ ਹੋ ਜਾਂਦਾ, ਉਤਨੀ ਦੇਰ ਤੱਕ ਤੂੰ ਸਤਨਾਮ ਦਾ ਸਿਮਰਨ ਕਰ ਤੇ ਜਪੀ ਚੱਲ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਤੱਕ ਤੁਹਾਡੇ ਅੰਦਰ ਬ੍ਰਹਮ ਗਿਆਨ ਸਾਖਸ਼ਾਤਕਾਰ ਨਹੀਂ ਹੋ ਜਾਂਦਾ, ਉਦੋਂ ਤੱਕ ਇਸ ਪਾਵਨ ਨਾਮ ਨੂੰ ਜਪੀ ਜਾਓ, ਅਰਾਧੀ ਜਾਓ, ਧਿਆਈ ਜਾਓ। ਰਹੋ ਸਲਾਹਤ ਪ੍ਰਭ ਕੋ ਨਿਸ ਦਿਨ। ਰਾਤ ਦਿਨ ਆਪਣੇ ਪ੍ਰਭੂ ਨੂੰ, ਆਪਣੇ ਰੱਬ ਨੂੰ ਸਲਾਹੋ। ਇਮ ਸਤ ਗੁਰ ਕੋ ਮਤ ਪਹਿਚਾਨ। ਇਹ ਗੁਰੂ ਘਰ ਦਾ ਮਤ ਹੈ, ਕਿਉਂਕਿ ਵਿਦਾਂਤੀ ਜਿਹੜੇ ਨੇ ਉਹ ਖੁਸ਼ਕ ਗਿਆਨ ਦੇ ਦਿੰਦੇ ਆ, ਨਾਮ ਜਪਣ ਦੀ ਪ੍ਰੇਰਣਾ ਨਹੀਂ ਕਰਦੇ। ਪਰ ਗੁਰੂ ਕੀ ਮਤ ਦਾ ਜਿਹੜਾ ਸਿਧਾਂਤ ਹੈ ਉਹ ਨਾਮ ਜਪਣ ਦੀ ਪ੍ਰੇਰਣਾ ਹੈ। ਇੱਥੇ ਬਾਰੰਬਾਰ ਨਾਮ ਦੀ ਸਾਧਨਾ ਦੀ ਗੱਲ ਕੀਤੀ ਜਾਂਦੀ ਹੈ। ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਏਕ ਕੀ ਸਰਨਾ। ਇੱਥੇ ਬਾਰੰਬਾਰ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਇੱਥੇ ਸਿਮਰਨ ਦੀ ਬਰਕਤ ਦੱਸੀ ਜਾਂਦੀ ਹੈ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭੂ ਦੇ ਸਿਮਰਨ ਵਿੱਚੋਂ ਹੀ ਇਹ ਸਾਰਾ ਕੁਝ ਹਾਸਲ ਹੁੰਦਾ ਹੈ। ਸੂਖਮ ਮਤ ਤੇ ਨਿਸ਼ਚੈ ਠਾਨ। ਸੂਖਸ਼ਮ ਮਤ ਨਾਲ ਆਪਣੇ ਹਿਰਦੇ 'ਚ ਇਸ ਗੱਲ ਦਾ ਨਿਸ਼ਚੈ ਕਰ ਲਵੋ। ਏਕ ਰੂਪ ਹੋਵਨ ਲਗ ਨੀਕੇ। ਜਦੋਂ ਤੱਕ ਇੱਕ ਰੂਪ ਨਹੀਂ ਹੋ ਜਾਂਦੇ ਉਸ ਵਾਹਿਗੁਰੂ ਵਿੱਚ, ਉਦੋਂ ਤੱਕ ਇਹਦੀ ਸਾਧਨਾ ਰਹੇਗੀ। ਸਤ ਨਾਮ ਸਿਮਰੈ ਵਿੱਚ ਜੀ ਕੇ। ਉਦੋਂ ਤੱਕ ਆਪਣੇ ਜੀੜੇ ਵਿੱਚ, ਆਪਣੇ ਹਿਰਦੇ 'ਚ ਸੱਚੇ ਨਾਮ ਨੂੰ ਸਿਮਰੋ। ਪ੍ਰਭ ਕੀ ਭਗਤ ਨਹੀਂ ਕਬ ਤਿਆਗੈ। ਕਦੇ ਵੀ ਪ੍ਰਭੂ ਦੀ ਭਗਤੀ ਦਾ ਤਿਆਗ, ਇਹ ਸਿਮਰਨ ਕਰਨਾ ਪ੍ਰਭੂ ਭਗਤੀ ਹੈ। ਇਹ ਪ੍ਰਭੂ ਦੀ ਭਗਤੀ ਕਦੇ ਵੀ ਨਹੀਂ ਤਿਆਗਣੀ। ਸਾਖਿਆਤ ਲਗ ਉਰੇ ਅਨੁਰਾਗੈ। ਜਦੋਂ ਤੱਕ ਸਾਖਸ਼ਾਤਕਾਰ ਨਹੀਂ ਹੋ ਜਾਂਦਾ, ਉਦੋਂ ਤੱਕ ਸਿਮਰਨ ਸਾਧਨਾ ਦਾ ਤਿਆਗ ਨਹੀਂ ਕਰਨਾ। ਸਾਲਾਈ ਸਾਲਾਹ ਮਝਾਰ। ਸਲਾਹੀ ਸਲਾਹ ਦੇ ਵਿੱਚ, ਯਾਨੀ ਕਿ ਵਾਹਿਗੁਰੂ ਦੀਆਂ ਸਿਫਤਾਂ ਦੇ ਵਿੱਚ ਇਹ ਆਸ਼ੇ ਗੁਰ ਕੀਨ ਉਚਾਰ। ਆਪਣੀ ਸੁਰਤ ਨੂੰ ਜੋੜ ਕੇ ਰੱਖਣਾ। ਇਹ ਆਸ਼ਾ ਗੁਰੂ ਨਾਨਕ ਸਾਹਿਬ ਨੇ ਸਿੱਖ ਨੂੰ ਦੱਸਿਆ। ਸਾਖਿਆਤ ਪਰ ਤੁਕ ਜੈ ਬਨੀ। ਜਿੱਥੇ ਸਾਖਸ਼ਾਤਕਾਰ ਦੀਆਂ ਪੰਕਤੀਆਂ ਮਹਾਰਾਜ ਜੀ ਨੇ ਉਚਾਰਨ ਕੀਤੀਆਂ ਗੁਰਬਾਣੀ ਅੰਦਰ, ਕਹਾਂ ਭਗਤ ਸ਼੍ਰੀ ਨਾਨਕ ਪਨੀ। ਉੱਥੇ ਮਹਾਰਾਜ ਜੀ ਨੇ ਨਾਲ ਭਗਤੀ ਦਾ ਵੀ ਗਿਆਨ ਕਿਹਾ। ਗੁਰੂ ਨਾਨਕ ਸਾਹਿਬ ਨੇ ਨਾਲ ਭਗਤੀ ਦਾ ਵੀ ਵਰਣਨ ਕੀਤਾ। ਜੋ ਤੁਧ ਭਾਵੈ ਸਾਈ ਭਲੀਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਦੇਖੋ ਗੁਰੂ ਸਾਹਿਬ ਨੇ ਜਿਹੜਾ ਵਿਦਾਂਤ ਦੇ 4 ਮਹਾਂਵਾਕ ਨੇ, ਉਹ ਕੇਵਲ ਸਾਖਸ਼ਾਤਕਾਰ ਪਰ ਹਨ। ਅਹੰ ਬ੍ਰਹਮਸਮੀ ਜਾਂ ਫਿਰ ਅਯੰ ਆਤਮਾ। ਤੋ ਉੱਥੇ ਕੇਵਲ ਤਾਂ ਕੇਵਲ ਤਤਵੰ ਅਸੀਂ, ਉੱਥੇ ਭਗਤੀ ਨਹੀਂ ਹੈ ਨਾਲ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗਿਆਨ ਗੁਰੂ ਸਾਹਿਬ ਵੀ ਆਤਮਾ ਦਾ ਦੇ ਰਹੇ ਨੇ, ਪਰ ਗੁਰੂ ਸਾਹਿਬ ਦੇ ਦਿੱਤੇ ਹੋਏ ਇਸ ਗਿਆਨ ਨਾਲ ਤੂੰ ਸਦਾ ਸਲਾਮਤ ਨਿਰੰਕਾਰ ਕਹਿਣ ਤੋਂ ਪਹਿਲਾਂ ਗੁਰਦੇਵ ਨੇ ਪਹਿਲਾਂ ਭਗਤੀ ਦਾ ਵਰਣਨ ਕੀਤਾ। ਜੋ ਤੁਧ ਭਾਵੈ ਸਾਈ ਭਲੀ ਕਾਰ। ਇਹ ਭਗਤੀ ਹੈ, ਜੋ ਤੈਨੂੰ ਭਾਉਂਦਾ ਵਾਹਿਗੁਰੂ, ਇਹ ਭਲੀ ਕਾਰ ਹੈ। ਫਿਰ ਬਾਅਦ ਚ ਕਿਹਾ ਤੂੰ ਸਦਾ ਸਲਾਮਤ ਨਿਰੰਕਾਰ। ਸਾਖਸ਼ਾਤਕਾਰ ਬਾਅਦ ਚ ਕਿਹਾ, ਪਹਿਲਾਂ ਭਗਤੀ ਹੈ। ਜਿਹੜੇ ਵਿਦਾਂਤੀ ਨੇ ਉਹ ਕੱਲਾ ਖੁਸ਼ਕ ਗਿਆਨ ਦੇ ਦਿੰਦੇ ਆ, ਉਹਨੂੰ ਪ੍ਰਾਪਤ ਕਰਨ ਤੋਂ ਬਾਅਦ ਉਹ ਫਿਰ ਭਟਕ ਜਾਂਦੇ ਆ। ਗੁਰੂ ਸਾਹਿਬ ਜਿਹੜਾ ਗਿਆਨ ਦਿੰਦੇ ਆ ਤਤ ਸਰੂਪ ਦਾ, ਉਹਦੇ ਨਾਲ ਮਹਾਰਾਜ ਜੀ ਭਗਤੀ ਮਿਲਾ ਕੇ ਗਿਆਨ ਬਖਸ਼ਦੇ ਆ। ਇਸ ਕਰਕੇ ਚੇਤੇ ਰੱਖਿਓ, ਗੁਰੂ ਨਾਨਕ ਸਾਹਿਬ ਦੇ ਘਰ ਦਾ ਗਿਆਨ ਖੁਸ਼ਕ ਗਿਆਨ ਨਹੀਂ ਹੈ। ਗੁਰੂ ਨਾਨਕ ਸਾਹਿਬ ਦੇ ਘਰ ਦਾ ਗਿਆਨ ਭਗਤੀ ਨਾਲ ਮਿਲਿਆ ਹੋਇਆ ਗਿਆਨ ਹੈ। ਇਹ ਭਗਤੀ ਦੇ ਨਾਲ ਮਿਲਿਆ ਹੋਇਆ ਗਿਆਨ ਹੈ। ਜਦੋਂ ਕਾन्हा ਆਇਆ ਸੀ ਨਾ ਗੁਰੂ ਸਾਹਿਬ ਕੋਲ, ਉਹਨੇ ਕਿਹਾ ਸੀ ਜਾ ਕੋ ਵੇਦ ਪੁਰਾਨਾ ਗਾਵਾਂ, ਖੋਜਤ ਖੋਜ ਨਾ ਕੋਈ ਰੇ, ਮੈਂ ਉਹੀ ਰੇ ਮੈਂ ਉਹੀ ਰੇ। ਮਹਾਰਾਜ ਜੀ ਕਹਿੰਦੇ ਬਸ ਕਰੋ ਕਾन्हा ਜੀ, ਇੱਥੇ ਮੈਂ ਦੀ ਗੱਲ ਕਰਦੇ ਹੋ। ਅਸੀਂ ਤਾਂ ਗੁਰਬਾਣੀ ਚ ਤੂੰ ਦਾ ਚਿੰਤਨ ਕਰਾਉਨੇ ਸਿੱਖ ਕੋਲੋਂ। ਇਹ ਤਾਂ ਸੂਧਾ ਦੇਸੀ ਘਿਓ ਹੈ। ਦੇਸੀ ਘਿਓ ਹੁਣ ਖੰਘ ਲੱਗੇ ਬੰਦੇ ਨੂੰ ਦੇ ਦਿਓ, ਉਹ ਤਾਂ ਵਿਚਾਰਾ ਹੋਰ ਖੰਘੇਗਾ, ਛਾਤੀ ਦਾ ਬੋਝ ਹੋਰ ਵਧੇਗਾ। ਜਿਹਦੀ ਛਾਤੀ ਜੰਮੀ ਹੋਵੇ ਉਤੋਂ ਘਿਓ ਖਵਾ ਦਿਓ,
ਦੇਣਾ ਘਿਓ ਹੀ ਆ ਅਸੀਂ ਵੀ, ਪਰ ਅਸੀਂ ਇਸ ਘਿਓ ਦੇ ਵਿੱਚ ਨਾਲ ਮਿਸ਼ਰੀ ਮਿਲਾ ਦੇਣੀ ਹੈ, ਭਗਤੀ ਦੀ ਮਿਸ਼ਰੀ। ਜਦੋਂ ਭਗਤੀ ਦੀ ਮਿਸ਼ਰੀ ਮਿਲਾ ਕੇ ਦੇਾਂਗੇ, ਗਿਆਨ ਉਹੀ ਹੈ, ਗਿਆਨ ਸਾਖਸ਼ਾਤਕਾਰ ਦਾ ਹੀ ਹੈ, ਪਰ ਨਾਲ ਭਗਤੀ ਦਾ ਸਮਾਨ ਵੇਸ਼ ਕੀਤਾ ਹੈ ਮਹਾਰਾਜ ਜੀ ਨੇ। ਜੋ ਤੁਧ ਭਾਵੈ ਸਾਈ ਭਲੀ ਕਾਰ, ਇਹ ਕਹਿ ਕੇ ਭਗਤੀ ਤੇ ਕਹਿ ਕੇ ਫਿਰ ਕਿਹਾ ਸਾਖਸ਼ਾਤਕਾਰ ਕਰਕੇ ਗਿਆਨ ਦਿੰਦਿਆਂ, ਤੂੰ ਸਦਾ ਸਲਾਮਤ ਨਿਰੰਕਾਰ। ਹਾਂਜੀ, ਸ਼ਰਵਣ ਮਨਨ ਨਿਧਿਆਸਨ ਪਾਛੇ, ਸ਼ਰਵਣ ਮਨਨ ਤੇ ਨਿਧਿਆਸਨ ਤੋਂ ਬਾਅਦ ਪ੍ਰਭ ਪਾਣਾ ਪੁਨ ਮਾਨੇ ਆਛੇ। ਫਿਰ ਰੱਬ ਦੇ ਭਾਣੇ ਨੂੰ, ਭਗਤੀ ਕੀ ਆ? ਰੱਬ ਦੀ ਰਜ਼ਾ 'ਚ ਰਹਿਣਾ, ਇਹ ਭਗਤੀ ਹੈ। ਉਹਦੇ ਹੁਕਮ 'ਚ ਵਰਤਣਾ, ਉਹਦੀ ਰਜ਼ਾ ਵਿੱਚ ਰਹਿਣਾ। ਸਾਖਿਆਤਕਾਰ ਕੀ ਤੁਕ ਕੇ ਨੇੜੇ, ਸਾਖਸ਼ਾਤਕਾਰ ਦੀ ਜਿਹੜੀ ਤੁਕ ਪੰਕਤੀ ਕਹੀ ਹੈ ਸਤਿਗੁਰਾਂ ਨੇ, ਉਹਦੇ ਨੇੜੇ ਪੰਕਤੀ ਕਹੀ ਹੈ, ਜੋ ਤੁਧ ਭਾਵੈ ਸਾਈ ਭਲੀ ਕਾਰ। ਚਾਰੀ ਥਾਨ ਕਈ ਚੋਹ ਬੇਰੇ, ਚਾਰਾਂ ਥਾਵਾਂ ਤੇ ਜਦੋਂ ਚਾਰ ਪੰਕਤੀ, ਚਾਰ ਵੇਰੀ ਕਿਹਾ ਤੂੰ ਸਦਾ ਸਲਾਮਤ ਨਿਰੰਕਾਰ, ਤੇ ਚਾਰ ਵੇਰੀ ਕਿਹਾ ਜੋ ਤੁਧ ਭਾਵੈ ਸਾਈ ਭਲੀ ਕਾਰ। ਕਿਤੇ ਵੀ ਕੱਲੀ ਪੰਕਤੀ ਨਹੀਂ ਕਹੀ ਸਾਖਸ਼ਾਤਕਾਰ ਦੀ, ਉਹਦੇ ਨਾਲ ਭਗਤੀ ਦੀ ਪੰਕਤੀ ਜਿਹੜੀ ਆ ਉਹ ਨਾਲ ਜ਼ਰੂਰ ਉਚਾਰਨ ਕੀਤੀ ਹੈ। ਸ਼ਰੂਤੀ ਮੈਂ ਮਹਾਵਾਕ ਜਿਮ ਚਾਰ, ਜਿਵੇਂ ਸ਼ਰੂਤੀਆਂ ਵਿੱਚ ਵੇਦਾਂ 'ਚ ਚਾਰ ਮਹਾਵਾਕ ਨੇ, ਤਿਮ ਜਪਜੀ ਮੈਂ ਚਾਰ ਉਚਾਰ। ਇਹਦਾ ਜਪਜੀ ਸਾਹਿਬ 'ਚ ਗੁਰਦੇਵ ਨੇ ਚਾਰ ਪੰਕਤੀਆਂ ਉਚਾਰੀਆਂ ਸਾਖਸ਼ਾਤਕਾਰ ਦੀਆਂ। ਮਿਲਿਓ ਭਗਤ ਸੋ ਗਿਆਨ ਬਖਾਨਾ, ਪਰ ਵੇਦਾਂ ਨਾਲੋਂ ਗੁਰਬਾਣੀ ਵਿਲੱਖਣ ਕਿਵੇਂ ਹੈ? ਕਿਉਂਕਿ ਗੁਰਬਾਣੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਖਸ਼ਾਤਕਾਰ ਦੇ ਨਾਲ ਭਗਤੀ ਨੂੰ ਮਿਲਾਇਆ ਹੈ, ਭਗਤੀ ਨੂੰ ਮਿਲਾ ਕੇ ਸਾਖਸ਼ਾਤਕਾਰ ਵਰਣਨ ਕੀਤਾ ਹੈ। ਕਲ ਮੈਂ ਕੇਵਲ ਨੈ ਸ਼ੁਭ ਜਾਨਾ, ਕਲੀ ਕਾਲ ਦੇ ਵਿੱਚ ਕੱਲਾ ਖੁਸ਼ਕ ਗਿਆਨ ਜਿਹੜਾ ਸੀ ਵੇਦਾਂਤੀ ਗਿਆਨ, ਉਹ ਗਿਆਨ ਗੁਰੂ ਨਾਨਕ ਸਾਹਿਬ ਨੇ ਵੇਖਿਆ ਇਹ ਲੋਕਾਂ ਨੂੰ ਹਜਮ ਨਹੀਂ ਹੋਣਾ। ਜੀਵਾਂ ਨੂੰ ਹੰਕਾਰ ਦਾ ਕਫ ਰੋਗ ਲੱਗਾ ਹੋਇਆ, ਸਿੱਧਾ ਖੁਸ਼ਕ ਗਿਆਨ ਜਦੋਂ ਇਹਨਾਂ ਨੂੰ ਦੇਸੀ ਘਿਓ ਵਾਂਗੂ ਦੇਾਂਗੇ, ਇਹਨਾਂ ਨੂੰ ਹਜਮ ਨਹੀਂ ਹੋਣਾ। ਅਤੀਸਾਰ ਲੱਗੇ ਹੋਣ, ਪੇਟ ਖਰਾਬ ਹੋਵੇ, ਉੱਤੋਂ ਘਿਓ ਦੇ ਦਈਏ, ਮਰੇਗਾ ਹੀ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਨਾਲ ਭਗਤੀ ਨੂੰ ਮੁੱਖ ਰੱਖਿਆ। ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਗਿਆਨ ਨਾਲ ਭਗਤੀ ਦਾ ਸਮਾਨ ਵੇਸ ਹੈ। ਭਗਤੀ ਔਰ ਗਿਆਨ ਦੋਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਹਨ। ਸ਼ੁਭ ਗਤੀ ਤੋਂ ਕੋਈ ਨਰ ਪਾਵੇ, ਮੈਨੂੰ ਗੁਰ ਪ੍ਰਤਾਪ ਦਾ ਇੱਕ ਪ੍ਰਮਾਣ ਚੇਤੇ ਆਇਆ। ਗੁਰੂ ਅਮਰਦਾਸ ਸਾਹਿਬ ਜੀ ਦੀ ਕਥਾ ਵਿੱਚ ਸਿੱਖਾਂ ਨੂੰ ਉਪਦੇਸ਼ ਦਿੰਦਿਆਂ ਗੁਰਦੇਵ ਨੇ ਵਿਵੇਕ, ਗਿਆਨ, ਵੈਰਾਗ ਤੇ ਭਗਤੀ ਚਾਰ ਸਾਧਨ ਦੱਸੇ। ਮਹਾਰਾਜ ਜੀ ਕਹਿੰਦੇ ਮੁਕਤੀ ਦੇ ਚਾਰੇ ਸਾਧਨ ਨੇ, ਭਗਤੀ, ਵੈਰਾਗ, ਵਿਵੇਕ ਤੇ ਗਿਆਨ। ਫਿਰ ਗੁਰਦੇਵ ਨੇ ਬੜੇ ਕਮਾਲ ਦੇ ਬਚਨ ਕਹੇ, ਗੁਰੂ ਅਮਰਦਾਸ ਪਾਤਸ਼ਾਹ ਨੇ, ਤੀਸਰੇ ਗੁਰਦੇਵ ਨੇ ਕਹਿਣ ਲੱਗੇ, ਸਿੱਖੋ ਜਿਹੜੇ ਤਿੰਨ ਨੇ ਉਹ ਨੇ ਪੁਲਿੰਗ, ਪੁਰਖ। ਭਗਤੀ ਜਿਹੜੀ ਆ ਉਹ ਇਸਤਰੀ ਲਿੰਗ ਹੈ। ਜਿਹੜੇ ਪੁਲਿੰਗ ਰੂਪ ਦੇ ਵਿੱਚ ਵਰਣਨ ਕੀਤੇ ਨੇ ਪੁਰਖ ਰੂਪ ਵਿੱਚ, ਗਿਆਨ, ਵੈਰਾਗ ਤੇ ਵਿਵੇਕ, ਇਹਨਾਂ ਨੂੰ ਮਾਇਆ ਇਸਤਰੀ ਹੈ ਤੇ ਮਾਇਆ ਭਰਮਾ ਸਕਦੀ ਹੈ ਪੁਰਖ ਨੂੰ। ਇਸਤਰੀ ਪੁਰਖ ਨੂੰ ਭਰਮਾ ਸਕਦੀ ਹੈ, ਪਰ ਇਸਤਰੀ ਇਸਤਰੀ ਨੂੰ ਨਹੀਂ ਭਰਮਾ ਸਕਦੀ। ਜਿਹੜੀ ਭਗਤੀ ਹੈ ਇਹ ਵੀ ਇਸਤਰੀ ਆ, ਮਾਇਆ ਵੀ ਇਸਤਰੀ ਹੈ। ਹੁਣ ਮਾਇਆ ਭਗਤੀ ਨੂੰ ਡਾਵਾਂ ਡੋਲ ਨਹੀਂ ਕਰ ਸਕਦੀ, ਮਾਇਆ ਗਿਆਨ ਨੂੰ ਡਾਵਾਂ ਡੋਲ ਕਰ ਸਕਦੀ ਹੈ, ਵਿਰਾਗ ਵੀ ਖਤਮ ਕਰ ਸਕਦੀ ਹੈ, ਉਹ ਵਿਵੇਕ ਨੂੰ ਵੀ ਡਾਵਾਂ ਡੋਲ ਕਰ ਸਕਦੀ ਹੈ। ਪਰ ਜਿੱਥੇ ਭਗਤੀ ਹੈ ਉੱਥੇ ਉਸ ਮਾਇਆ ਨੂੰ ਨੱਕ ਤੋਂ ਵੀ ਕੱਟ ਦਿੱਤਾ ਜਾਂਦਾ, ਕੰਨ ਤੋਂ ਵੀ ਕੱਟ ਦਿੱਤਾ ਜਾਂਦਾ ਤੇ ਕੱਢ ਦਿੱਤੀ ਜਾਂਦੀ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਭਗਤੀ ਮੁੱਖ ਹੈ। ਸੁਨ ਬ੍ਰਹਮ ਗਿਆਨ ਬਿਗੜ ਬੋ ਜਾਵੇ, ਕਿਉਂਕਿ ਕੱਲਾ ਖੁਸ਼ਕ ਬ੍ਰਹਮ ਗਿਆਨ ਸੁਣ ਕੇ ਤਾਂ ਬਹੁਤੇ ਵਿਗੜ ਜਾਣਗੇ। ਜਦੋਂ ਆਖਣਗੇ ਅਹੰ ਬ੍ਰਹਮਸਮੀ, ਜਦੋਂ ਮੈਂ ਹੀ ਰੱਬ ਹਾਂ, ਤੇ ਫਿਰ ਜੋ ਮੈਂ ਮਰਜ਼ੀ ਜੋ ਮਰਜ਼ੀ ਕਰਾਂ, ਮੈਨੂੰ ਕਿਹੜਾ ਕੋਈ ਪਾਪ ਪੁੰਨ ਹੈ। ਜਦੋਂ ਇਹ ਕੱਲਾ ਗਿਆਨ ਹੋ ਗਿਆ, ਇਹੀ ਕਿ ਮੈਂ ਹੀ ਰੱਬ ਹਾਂ, ਇਹ ਕੱਲਾ ਖੁਸ਼ਕ ਜਿਹਾ ਗਿਆਨ ਹੋ ਗਿਆ, ਫਿਰ ਭਾਈ ਇਹ ਤਾਂ ਬਹੁਤਿਆਂ ਨੂੰ ਵਿਗਾੜੇਗਾ। ਜਾਂ ਤੇ ਰੂਖੋ ਗਿਆਨ ਨਾ ਪੰਨਿਓ, ਇਹ ਰੁੱਖਾ ਜਿਹਾ ਗਿਆਨ ਗੁਰੂ ਸਾਹਿਬ ਨੇ ਨਹੀਂ ਕਿਹਾ, ਇਹ ਖੁਸ਼ਕ ਗਿਆਨ ਗੁਰੂ ਸਾਹਿਬ ਨੇ ਨਹੀਂ ਦਿੱਤਾ। ਭਾਈ ਦਇਆ ਸਿੰਘ ਜੀ ਕਹਿੰਦੇ ਖਾਲਸੇ ਨੂੰ, ਜੈ ਕੈ ਕਹਿਓ ਭਗਤ ਕੇ ਸਨਿਓ, ਜਿੱਥੇ ਵੀ ਗਿਆਨ ਕਿਹਾ ਭਗਤੀ ਦੇ ਸਨੇਹ ਸਹਿਤ ਕਿਹਾ, ਭਗਤੀ ਦੇ ਨਾਲ ਮਿਲਾ ਕੇ ਗਿਆਨ ਦਾ ਵਰਣਨ ਕੀਤਾ ਹੈ। ਅਹੰ ਬ੍ਰਹਮ ਅਸਮੀ ਵਹਿਰ ਨ ਗਾਵੋ, ਆਖੋ ਸਤਨਾਮ ਸ੍ਰੀ ਵਾਹਿਗੁਰੂ।
ਭਾਈ ਦਇਆ ਸਿੰਘ ਜੀ ਕਹਿੰਦੇ ਖਾਲਸਾ ਜੀ ਆਪਣੀ ਰਸਨਾ ਤੋਂ ਕਦੇ ਨਹੀਂ ਕਹਿਣਾ ਆਪਣੇ ਆਪ ਨੂੰ ਅਹੰ ਬ੍ਰਹਮਸਮੀ ਵੀ ਮੈਂ ਬ੍ਰਹਮ ਹਾਂ। ਸਿੱਖ ਨਹੀਂ ਕਹਿੰਦਾ ਕਦੇ ਵੀ ਮੈਂ ਰੱਬ ਹਾਂ। ਵਿਦਾਂਤੀ ਕਹਿੰਦੇ ਹੁੰਦੇ ਆ, ਸਿੱਖ ਨਹੀਂ ਕਹਿੰਦਾ। ਕਹਿੰਦੇ ਰਸਨਾ ਤੋਂ ਨਹੀਂ ਕਹਿਣਾ ਕਦੇ ਵੀ ਮੈਂ ਰੱਬ ਹਾਂ, ਮੈਂ ਬ੍ਰਹਮ ਹਾਂ। ਇਹ ਬ੍ਰਿਤੀ ਹੀਰੇ ਵਿਖੇ ਟਿਕਾਵੋ। ਹਿਰਦੇ ਵਿੱਚ ਇਹ ਬਿਰਤੀ ਰੱਖਣੀ ਆ ਵੀ ਮੈਂ ਰੱਬ ਦੀ ਅੰਸ਼ ਹਾਂ, ਪਰ ਮੂੰਹ ਤੋਂ ਨਹੀਂ ਬੋਲ ਕੇ ਕਹਿਣਾ ਲੋਕਾਂ ਵਿੱਚ ਮੈਂ ਰੱਬ ਹਾਂ। ਹਿਰਦੇ 'ਚ ਬਿਰਤੀ ਰੱਖਣੀ ਹੈ ਕਿ ਮੈਂ ਬ੍ਰਹਮ ਸਰੂਪ ਹਾਂ, ਰਾਮ ਦੀ ਅੰਸ਼ ਹਾਂ। ਬਾਹਰ ਪ੍ਰਭ ਕੇ ਦਾਸ ਉਚਾਰੋ। ਰਸਨਾ ਤੋਂ ਕੀ ਕਹਿਣਾ, ਮੈਂ ਤਾਂ ਰੱਬ ਦਾ ਦਾਸ ਹਾਂ ਜੀ, ਮੈਂ ਤਾਂ ਮੇਰੇ ਸਾਹਿਬ ਦਾ ਗੋਲਾ ਹਾਂ, ਮੁੱਲ ਖਰੀਦਿਆ ਹੋਇਆ। ਮੋਕੋ ਦਾਸ ਤਵਨ ਕਾ ਜਾਨੋ। ਉੱਥੇ ਕਲਗੀਧਰ ਗੁਰਦੇਵ ਵੀ ਕਹਿੰਦੇ ਵੀ ਮੈਂ ਮੁੱਖ ਤੋਂ ਨਹੀਂ ਕਿਹਾ ਉਹਨਾਂ ਵੀ ਮੈਂ ਪਰਮੇਸ਼ਵਰ ਹਾਂ। ਭਗਤੀ ਹੈ ਤਾਂ ਉਹ ਪਰਮੇਸ਼ਰ ਨੇ ਨਾ, ਕਲਗੀਧਰ ਸੁਆਮੀ ਤਾਂ ਹੈ ਨਹੀਂ ਪਰਮੇਸ਼ਰ, ਪਰ ਉਹ ਕਹਿੰਦੇ ਜੋ ਹਮਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ, ਵੀ ਮੈਂ ਰੱਬ ਨਹੀਂ ਹਾਂ। ਫਿਰ ਦਾਸਾ ਭਾਵ ਗਿਆਨ ਹਿਰਦੇ 'ਚ ਇਹੀ ਆ ਵੀ ਮੈਂ ਰੱਬ ਹਾਂ, ਪਰ ਮੁਖ ਤੋਂ ਸਾਨੂੰ ਸਿਖਾ ਰਹੇ ਨੇ ਮੋਕੋ ਦਾਸ ਤਵਨ ਕਾ ਜਾਨੋ ਜਾਂ ਮੈਂ ਭੇਦ ਨਾ ਰੰਜ ਪਛਾਨੋ। ਮੈਂ ਵਾਹਿਗੁਰੂ ਦਾ ਦਾਸ ਹਾਂ। ਕਿਤੇ ਵੀ ਸਾਹਿਬ ਨੇ ਗੁਰਬਾਣੀ 'ਚ ਆਪਣੇ ਆਪ ਨੂੰ ਰੱਬ ਨਹੀਂ ਕਿਹਾ, ਦਾਸ ਕਿਹਾ ਵਾਹਿਗੁਰੂ ਦਾ। ਹੇ ਵਾਹਿਗੁਰੂ ਤੂੰ ਠਾਕਰ ਹੈ, ਤੂੰ ਸੁਆਮੀ ਹੈ, ਤੂੰ ਮੇਰਾ ਪਤੀ ਹੈ, ਤੂੰ ਮੇਰਾ ਪਿਤਾ ਹੈ। ਇਹੀ ਵਰਣਨ ਕਰਦੇ ਆ। ਭਾਈ ਦਇਆ ਸਿੰਘ ਜੀ ਕਹਿੰਦੇ ਸਿੰਘੋ ਹਿਰਦੇ ਵਿੱਚ ਗਿਆਨ ਇਹੀ ਹੋਵੇ, ਪਰ ਮੁਖ ਵਿੱਚ ਭਗਤੀ ਤੇ ਵਰਤਣ 'ਚ ਵਿਰਾਗ। ਇਹ ਤਿੰਨ ਗੁਣ ਸਿੱਖ ਦੇ ਕੋਲ ਹੋੜ। ਸੰਤਨ ਵਿਖੇ ਭਾਉ ਕੋ ਤਾਰੋ। ਸਤਿਪੁਰਸ਼ਾਂ ਨਾਲ, ਰੱਬ ਦੇ ਪਿਆਰਿਆਂ ਮਹਾਂਪੁਰਖਾਂ ਬੰਦਗੀ ਵਾਲੀਆਂ ਰੂਹਾਂ ਦਾ ਸੰਗ ਕਰਨਾ, ਉਹਨਾਂ ਦੀ ਸੰਗਤ ਦਾ ਹਮੇਸ਼ਾ ਚਾਅ ਰੱਖਣਾ ਹਿਰਦੇ ਵਿੱਚ। ਅਰਦਾਸ ਇਹ ਕਰਨੀ ਗੁਰੂ ਚਰਨਾਂ 'ਚ, ਮਹਾਰਾਜ ਆਪਣੇ ਬਖਸ਼ੇ ਹੋਇਆਂ ਦੇ ਦਰਸ਼ਨ ਦਿਦਾਰੇ ਬਖਸ਼ੋ। ਜਿਉ ਕਿਉ ਸ਼ਕਤ ਮਹਿਤ ਕੋ ਧਾਰ ਤਰੋ। ਜਿਵੇਂ ਕਿਵੇਂ ਵੱਡੀ ਸ਼ਕਤੀ ਨੂੰ ਵੀ ਤੁਸੀਂ ਧਾਰਨ ਕਰ ਲਵੋ, ਤਿਉ ਤਿਉ ਛਿਮਾ ਅਜਰ ਕੋ ਜਰੋ। ਜਿੱਡੀ ਵੱਡੀ ਸ਼ਕਤੀ ਤੁਹਾਡੇ ਕੋਲ ਆਈ ਜਾਵੇ, ਓਨਾ ਹੀ ਤੁਹਾਡੇ ਹਿਰਦੇ 'ਚ ਜਰਨ ਸ਼ਕਤੀ ਤੇ ਬਰਦਾਸ਼ਤ ਕਰਨ ਦੀ ਸ਼ਕਤੀ ਨਾਲ ਨਾਲ ਆਈ ਜਾਵੇ। ਆਮ ਕਰਕੇ ਕਿਸੇ ਕੋਲ ਛੋਟੀ ਮੋਟੀ ਕਲਾ ਆ ਜਾਏ ਜ਼ਾਹਰ ਕਰਨ ਲੱਗ ਪੈਂਦਾ, ਪਰ ਭਾਈ ਦਇਆ ਸਿੰਘ ਜੀ ਕਹਿੰਦੇ ਜਿੱਡੀ ਵੱਡੀ ਤਾਕਤ ਕਿਉਂ ਨਾ ਆ ਜਾਏ ਤੁਹਾਡੇ ਕੋਲ, ਖੁਦ ਰੱਬ ਵੀ ਕਿਉਂ ਨਾ ਹੋ ਜੋ ਤੁਸੀਂ, ਪਰ ਕਦੇ ਵੀ ਆਪਣੀ ਸ਼ਕਤੀ ਨੂੰ ਪ੍ਰਗਟਾਵਾ ਕਰਕੇ ਪ੍ਰਗਟ ਨਹੀਂ ਕਰਨਾ। ਜਰਨ ਸ਼ਕਤੀ ਰੱਖਣੀ ਹੈ, ਅਜਰ ਨੂੰ ਜਰਨ ਦੀ ਬਿਰਤੀ ਰੱਖਣੀ ਹੈ ਆਪਣੇ ਹਿਰਦੇ ਵਿੱਚ। ਔਰ ਮੈਂ ਨਭ ਅੰਗੁਸ਼ਟ ਪ੍ਰਮਾਨ। ਜਿਹੜਾ ਬ੍ਰਹਮ ਹੈ, ਜਿਵੇਂ ਇੱਕ ਅੰਗੂਠਾ ਹੁੰਦਾ ਨਾ, ਏਦਾਂ ਅੰਗੂਠੇ ਦੇ ਸਮਾਨ ਉਹ ਸਾਡੇ ਹਿਰਦੇ ਦੇ ਵਿੱਚ, ਹਿਰਦੇ ਸਥਲ ਦੇ ਵਿੱਚ ਉਹਦਾ ਪ੍ਰਕਾਸ਼ ਹੈ। ਜੀਵ ਆਤਮਾ ਕੋ ਬਾਸ ਪਛਾਨ। ਉੱਥੇ ਹੀ ਜੀਵ ਆਤਮਾ ਦਾ ਵਾਸਾ ਪਛਾਣੋ। ਉੱਥੇ ਹੀ ਜੀਵ ਆਤਮਾ ਹੈ, ਬ੍ਰਹਮ ਵੀ ਉੱਥੇ ਹੈ, ਜੀਵ ਆਤਮਾ ਵੀ ਉੱਥੇ ਹੀ ਹੈ। ਬੁੱਧੀ ਮੈਂ ਪ੍ਰਤੀਬਿੰਬਤ ਪਾ ਬ੍ਰਹਮ। ਇੱਕੋ ਸੇਜਾ ਦੇ ਉੱਤੇ ਬ੍ਰਹਮ ਵੀ ਹੈ, ਅੰਗੁਸ਼ਟ ਪ੍ਰਮਾਨ, ਔਰ ਜੀਵ ਆਤਮਾ ਵੀ ਹੈ। ਏਕਾ ਸੇਜ ਵਿਛੀ ਧਨ ਕੰਤਾ। ਇੱਕੋ ਸੇਜ ਹੈ, ਉਹਦੇ ਤੇ ਇਸਤਰੀ ਵੀ ਪਈ ਆ, ਉਹਦੇ ਤੇ ਉਹਦਾ ਪਤੀ ਵੀ ਪਿਆ ਹੋਇਆ। ਧਨ ਸੂਤੀ ਪਿਰ ਸਦ ਜਾਗੰਤਾ। ਪਰ ਜਿਹੜੀ ਜੀਵ ਆਤਮਾ ਰੂਪੀ ਇਸਤਰੀ ਆ, ਉਹ ਸੁੱਤੀ ਪਈ ਆ ਗਫਲਤ ਦੀ ਨੀਂਦ 'ਚ। ਜਿਹੜਾ ਉਹਦਾ ਪਿਰ ਪ੍ਰਮਾਤਮਾ ਲਾਗੇ, ਉਹ ਸਦਾ ਹੀ ਜਾਗਦਾ ਹੈ। ਤੇ ਫਿਰ ਕੱਲੀ ਸੁੱਤੀ ਹੋਵੇ ਤੇ ਸ਼ਾਇਦ ਉੱਠ ਜਾਏ, ਪਰ ਗੁਰਦੇਵ ਕਹਿੰਦੇ ਵੀ ਪੀਓ ਮਦਰੋ ਧਨ ਮਥਵੰਤ। ਕਹਿੰਦੇ ਕੱਲੀ ਸੁੱਤੀ ਨਹੀਂ, ਸ਼ਰਾਬ ਪੀ ਕੇ ਸੁੱਤੀ ਹੋਈ ਹੈ। ਇੱਕ ਤਾਂ ਉਦਾਂ ਨੀਂਦ ਭੈੜੀ, ਪਰ ਸ਼ਰਾਬ ਪੀ ਕੇ ਸੁੱਤੀ। ਮਹਾਰਾਜ ਕਿਵੇਂ ਜਾਗੇਗੀ? ਧਨ ਜਾਗੈ ਜੇ ਪਿਰ ਬੋਲੰਤ। ਜੇ ਉਹ ਰੱਬ ਕੋਲੋਂ ਬੋਲ ਕੇ ਜਗਾਏ, ਉਹ ਬੋਲੇ, ਉਹ ਕਿਵੇਂ ਬੋਲਦਾ? ਜਦੋਂ ਰਸਨਾ ਤੋਂ ਕਹਿੰਦੇ ਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਰੱਬ ਬੋਲਦਾ, ਅਸੀਂ ਨਹੀਂ ਬੋਲਦੇ। ਇਹ ਰੱਬ ਦੀ ਬੋਲੀ ਆ, ਵਾਹਿਗੁਰੂ ਵਾਹਿਗੁਰੂ। ਜਦੋਂ ਇਹ ਬੋਲੀ ਦਾ, ਫਿਰ ਉਹ ਜਾਗਦੀ ਆ ਜੀਵ ਆਤਮਾ। ਉਹ ਜੀਵ ਰੂਪੀ ਇਸਤਰੀ ਜਾਗ ਕੇ ਆਪਣੇ ਪਤੀ ਨਾਲ ਮਿਲ ਕੇ ਉਹਦੇ 'ਚ ਭੇਦ ਹੁੰਦੀ ਹੈ। ਲੜੀਵਾਰ ਕਥਾ ਦਾ ਇਹ ਪ੍ਰਸੰਗ ਰਹਿੰਦਾ। ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗੁਰੂ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ हे अच्युत हे पार ब्रह्म ਅਬਨਾਸੀ ਅਗਨਾਸ हे पुरन हे सर्व मैं ਦੁਖ ਪੰਜਨ ਗੁਣ ਤਾਸ हे संगी हे निरंकार ਏ ਨਿਰਗੁਣ ਸਭ ਟੇਕ गोविंद हे गुण निधान ਜਾਂ ਕੇ ਸਦਾ ਬਵੇਕ हे अपरंपर हर हरे ਐ ਪੀਓ ਅਣਹਾਰ हे संत कै सदा संग ਧਾਰਾ ਆਧਾਰ ठाकुर हूँ दासरो ਮੈਂ ਨਿਰਗੁਣ ਗੁਣ ਨਹੀਂ ਕੋਏ नानक दीजा नाम दान ਰਾਖੋ ਹੀ ਐ ਪਰੋਏ आए प्रभ शरणागति ਕਿਰਪਾ ਨਿਧ ਦਿਆਲ एक अखर हर मन बस्त ਨਾਨਕ ਹੋਤ ਨਿਹਾਲ वाहिगुरु नाम जहाज है ਜੜੇ ਸੋ ਤੇਰੇ ਪਾਰ जो शरदा कर सेवंदे ਗੁਰ ਪਾਰ ਉਤਾਰ ਨਿਹਾਰ वाहिगुरु नाम जहाज है ਜੜੇ ਸੋ ਤੇਰੇ ਪਾਰ जो शरदा कर सेवंदे ਗੁਰ ਪਾਰ ਉਤਾਰ ਨਿਹਾਰ वाहिगुरु जी का खालसा वाहिगुरु जी की फतेह।